2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਕੈਲੀਫੋਰਨੀਆ ਇਮੀਗ੍ਰੇਸ਼ਨ ਕੰਸਲਟੈਂਟ, ਰਜਿਸਟਰਡ ਅਤੇ ਬੌਂਡਡ। ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ, 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California. Call 510-200-9988। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਓਨਰ, ਆਪਰੇਟਰ ਤੇ ਡਰਾਈਵਰ ਜੋ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਲੋਕਲ ਕੰਮ ਕਰਨਾ ਚਾਹੁੰਦੇ ਨੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਤਾਂ ਸੈਟਲ ਦੀ ਵਾਸ਼ਿੰਗਟਨ ਫਰੇਟ ਸਰਵਿਸ ਲੋਕਲ ਏਰੀਆ ਜੌਬ ਦੇ ਲਈ ਹਾਇਰਿੰਗ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਕਰਦੀ ਹੈ। ਫੋਨ ਨੰਬਰ ਨੋਟ ਕਰ ਲਓ 2063544060 ਤੇ ਜਗਦੇਵ ਸੰਧੂ ਹੋਰਾਂ ਦਾ ਨੰਬਰ 2532666924। ਕਾਲ ਟਰੱਕ ਐਂਡ ਟ੍ਰੇਲਰ ਜੋ 82 ਰੈਨੋ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ ਤੇ ਹੈ ਜੀ। ਇੱਥੇ ਤੁਹਾਨੂੰ ਖੁੱਲੀ ਪਾਰਕਿੰਗ, ਕੁਇਕ ਟਰੱਕ ਲੀਵ ਦੇ ਨਾਲ ਵਾਸ਼ ਦੀ ਸਹੂਲਤਾਂ ਉਪਲਬਧ ਹੈ ਹੀ ਹੈ। ਇਸ ਤੋਂ ਇਲਾਵਾ DOT ਸੇਫਟੀ, ਇੰਜਨ ਰੀਬਿਲਟ, ਬ੍ਰੇਕਸ, ਕਲਚ, ਡਿਫਰੈਂਸ਼ੀਅਲ ਤਮਾਮ ਕੰਮ ਜਿਹੜੇ ਨੇ ਸੈਮੀ ਤੇ ਟ੍ਰੇਲਰ ਦੇ ਕਰਦੇ ਨੇ। ਬਲਤੇਜ ਸਿੰਘ ਪਨੇਸਰ ਹੋਰਾਂ ਦਾ ਨੰਬਰ ਨੋਟ ਕਰ ਲਓ
2044592000 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਾਂਗਰਸ ਦੀ ਖਿੱਚੋਤਾਣ, ਟਗ ਆਫ ਵਾਰ ਜਿਹਨੂੰ ਕਹਿੰਦੇ ਨਾ, ਰੱਸਾਕਸ਼ੀ, ਬੜਾ ਕੁਛ ਹੋ ਜਾਂਦਾ ਹੈ। ਕਹਿੰਦੇ ਹੁਣ 40 ਵਿਧਾਇਕਾਂ ਨੇ ਕੋਈ ਚਿੱਠੀ ਪੱਤਰ ਲਿਖਿਆ, ਬੜੀ ਚਰਚਾ ਹੋ ਰਹੀ ਹੈ ਇਹਦੀ। ਕੀ ਹੈ ਇਹ ਕਹਾਣੀ? ਜੇ ਕੋਈ ਪੁੱਛਦਾ ਤਾਂ ਗਲ ਪੈਂਦੇ ਨੇ ਪੱਤਰਕਾਰਾਂ ਦੇ। ਦੇਖੋ, ਗੱਲ ਇਹ ਹੈ ਦਾਨੇਵਾਲੀਆ ਸਾਹਿਬ, ਹਾਂ, ਜਦੋਂ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਸ਼ੁਰੂ ਹੋਇਆ ਜੀ, ਉਦੋਂ ਤੋਂ ਲੈ ਕੇ ਆਪਾਂ ਅੱਜ ਤੱਕ ਇਹੀ ਮਰੀ ਮਹਿ ਦਾ ਸੰਗਲ ਫੜੀ ਫਿਰਦੇ ਹਾਂ। ਬਿਲਕੁਲ, ਚਿੱਚੜ ਵੀ ਨਾਲ ਹੀ ਤੁਰੇ ਫਿਰਦੇ। ਚਿੱਚੜ ਵੀ ਨਾਲ ਹੀ ਤੁਰੇ ਫਿਰਦੇ ਹੈ। ਜਿਸ ਦਿਨ ਮਿਸਟਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ, ਉਸ ਦਿਨ ਬਹੁਤ ਸਾਰਿਆਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਦਾ ਕਲੇਸ਼ ਖਤਮ ਹੋ ਗਿਆ ਕਿਉਂਕਿ ਪ੍ਰਧਾਨ ਬਣਾਤਾ ਜੀ। ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਕਿਹਾ ਸੀ ਕਿ ਹੁਣ ਲੜਾਈ ਦੀ ਸ਼ੁਰੂਆਤ ਹੋਈ ਹੈ ਹੁਣ ਤਾਂ ਉਹ ਉਸ ਦਿਨ ਕੰਮ ਬੰਦ ਨਹੀਂ ਹੋਇਆ ਸੀ, ਲੜਾਈ ਦੀ ਸ਼ੁਰੂਆਤ ਹੋਈ ਹੈ। ਤਾਕਤ ਮਿਲੀ ਸੀ ਨਾ, ਹੁਣ ਤਾਂ ਤਾਕਤ ਦਿਖਾਉਣ ਦਾ ਤਾਕਤ ਨਹੀਂ ਮਿਲੀ ਸੀ। ਕਾਂਗਰਸ ਹਾਈ ਕਮਾਂਡ, ਕਾਂਗਰਸ ਦਾ ਜਿਹੜਾ ਬੇੜਾ ਗਰਕ ਹੁੰਦਾ ਉਹ ਕਾਂਗਰਸ ਹਾਈ ਕਮਾਂਡ ਕਰਦੀ ਹੈ ਜੀ। ਕਾਂਗਰਸ ਹਾਈ ਕਮਾਂਡ ਦੀ ਡੇ 1 ਤੋਂ ਸਥਿਤੀ ਇਹ ਰਹੀ ਹੈ ਕਿ ਕਿਸੇ ਵੀ, ਜਿਹਨੂੰ ਆਪਾਂ ਕਹਿੰਦੇ ਖੇਤਰੀ ਸੈਨਾਪਤੀ ਨੂੰ ਤਕੜਾ ਨਹੀਂ ਹੋਣ ਦਿੰਦੀ। ਕਹਿਣ ਤੋਂ ਬਾਅਦ ਕਿਸੇ ਯੂਨਿਟ ਦੇ ਸੀਓ ਨੂੰ ਤਕੜਾ ਨਹੀਂ ਹੋਣ ਦਿੰਦੀ। ਇਹ ਕਹਿੰਦੇ ਚੀਫ ਆਫ ਆਰਮੀ ਸਟਾਫ ਹੀ ਸਾਰਾ ਮਤਲਬ ਜਦੋਂ ਕਿਸੇ ਬੰਦੇ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜੇ, ਉਦੋਂ ਹੀ ਤਾਂ ਰੌਲਾ ਪੈਂਦਾ। ਉਦੋਂ ਹੀ ਰੌਲਾ ਪੈਂਦਾ, ਉਦੋਂ ਪਹਿਲਾਂ ਤਾਂ ਕਿਤੇ ਨਹੀਂ ਪੈਂਦਾ। ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਕਤਲ ਕਰਨ ਵਾਲਾ ਬੰਦਾ ਹੈ, ਕਤਲ ਕਦੇ ਦਲੇਰ ਬੰਦਾ ਨਹੀਂ ਕਰਦਾ ਹੁੰਦਾ। ਦਲੇਰ ਬੰਦਾ ਪਰਿਸਥਿਤੀਆਂ ਦਾ, ਹਾਲਾਤਾਂ ਦਾ ਸਾਹਮਣਾ ਕਰਦਾ। ਜਿਹੜਾ ਕਮਜ਼ੋਰ ਬੰਦਾ ਹੁੰਦਾ, ਕਮਜ਼ੋਰ ਨੂੰ ਹੁੰਦਾ ਕਿ ਕਿਤੇ ਮੈਨੂੰ ਨਾ ਮਾਰ ਦਿਓ, ਦੂਜੇ ਬੰਦੇ ਨੂੰ ਪਹਿਲਾਂ ਮਾਰਦਾ। ਡਰਿਆ ਸੱਪ ਹੀ ਦੰਦੀ ਵੜਦਾ ਤੇ ਡਰਿਆ ਬੰਦਾ ਹੀ ਕਤਲ ਕਰਦਾ। ਸੇਮ ਪੋਜੀਸ਼ਨ ਕਾਂਗਰਸ ਪਾਰਟੀ ਦੀ ਹੈ। ਕਾਂਗਰਸ ਪਾਰਟੀ ਦੇ ਵਿੱਚ ਜਿੰਨੀ ਦੇਰ ਤੱਕ ਪੰਡਤ ਜਵਾਹਰ ਲਾਲ ਨਹਿਰੂ ਰਿਹਾ, ਉਹਨੇ ਕਦੇ ਪਰਵਾਹ ਨਹੀਂ ਸੀ ਕੀਤੀ। ਪੰਡਤ ਜਵਾਹਰ ਲਾਲ ਨਹਿਰੂ ਦਾ ਵਿਰੋਧ ਕਰਨ ਵਾਲਿਆਂ ਦੇ ਵਿੱਚ ਬੜੇ ਵੱਡੇ ਵੱਡੇ ਬੰਦੇ ਸੀ। ਉਹਦੇ ਵਿੱਚ ਨਿਜਲੰਗ ਬੱਕਾ ਵਰਗੇ ਵੀ ਸੀਗੇ, ਉਹਦੇ ਵਿੱਚ ਸਰਦਾਰ ਪਟੇਲ ਵਰਗੇ ਸੀ। ਉਹ ਇੱਕ ਦੂਜੇ ਦਾ ਵਿਰੋਧ ਵੀ ਕਰਦੇ ਸੀ, ਲੇਕਿਨ ਪਿਆਰ ਵੀ ਇੱਕ ਦੂਜੇ ਦਾ ਬਹੁਤ ਹੁੰਦਾ ਸੀ। ਜੀ ਜੀ। ਉਹਨਾਂ ਦੇ ਵਿੱਚ ਵਿਚਾਰਾਂ ਦਾ ਵਖਰੇਵਾ ਹੁੰਦਾ ਸੀ, ਉਹਨਾਂ ਦੇ ਵਿੱਚ ਦੁਸ਼ਮਣੀ ਨਹੀਂ ਹੁੰਦੀ ਸੀ, ਕੁਰਸੀ ਖਿੱਚਣ ਦਾ ਨਹੀਂ ਹੁੰਦਾ ਸੀ। ਜੇ ਕੁਰਸੀ ਖਿੱਚਣ ਦੀ ਗੱਲ ਵੀ ਆਉਂਦੀ ਹੈ ਤਾਂ ਦੂਜੇ ਨੂੰ ਇਸ ਗੱਲ ਦਾ ਨਹੀਂ ਹੁੰਦਾ ਸੀ ਕਿ ਮੇਰੀ ਕੁਰਸੀ ਖਿੱਚੀ ਜਾਊਗੀ ਜੀ। ਲੇਕਿਨ ਅਸੁਰੱਖਿਆ ਦੀ ਭਾਵਨਾ ਜਿਹੜੀ ਪੈਦਾ ਹੋਈ ਹੈ, ਇਹ ਇੰਦਰਾ ਗਾਂਧੀ ਦੇ ਦੌਰ 'ਚ ਪੈਦਾ ਹੋਈ ਸੀ ਜੀ। ਇੰਦਰਾ ਗਾਂਧੀ ਨੇ ਬੜੇ ਉਤਰਾਅ ਚੜ੍ਹਾਅ ਦੇਖੇ। ਉਹ ਤੋਂ ਬਾਅਦ ਫਿਰ ਰਾਜੀਵ ਗਾਂਧੀ ਆ ਗਿਆ। ਰਾਜੀਵ ਗਾਂਧੀ ਦੇ ਕਿਉਂਕਿ ਉਦੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਚੁੱਕੇ ਸੀ ਨਾ, ਘਰੋਂ ਚੀਜ਼ ਖੁੱਸ ਗਈ ਸੀ। ਕਰਨੇ ਲਾਲ ਬਹਾਦਰ ਸ਼ਾਸਤਰੀ ਬਣ ਗਏ ਸੀ, ਇਸ ਕਰਕੇ ਬਣੇ ਸੀ ਕਿਉਂਕਿ ਇੰਦਰਾ ਗਾਂਧੀ ਦੇ ਵਿੱਚ ਉਸ ਵੇਲੇ ਕਾਬਲੀਅਤ ਨਹੀਂ ਸੀ। ਉਹ ਖੁੱਸ ਗਈ ਸੀ ਨਾ, ਗੱਦੀ ਤਾਂ ਘਰੋਂ ਨਿਕਲ ਗਈ ਸੀ। ਹਾਂ, ਉਹ ਖੁੱਸ ਗਈ। ਪਰ ਉਹ ਤੋਂ ਪਹਿਲਾਂ ਇੰਦਰਾ ਗਾਂਧੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਵੀ ਰਹਿ ਚੁੱਕੀ ਸੀ। ਜੀ ਜੀ। ਰਾਜ ਸਭਾ ਦੀ ਮੈਂਬਰ ਵੀ ਰਹਿ ਚੁੱਕੀ ਸੀ। ਇਹ ਨਹੀਂ ਸੀ ਉਹਦੇ 'ਚ, ਮਤਲਬ ਉਸ ਵੇਲੇ ਕਿਉਂਕਿ ਲਾਲ ਬਹਾਦਰ ਸ਼ਾਸਤਰੀ ਦਾ ਜਿਹੜਾ ਯੁੱਗ ਸੀ, ਉਸ ਵੇਲੇ ਪਰਿਵਾਰ ਪ੍ਰਸਤੀ ਇੰਨੀ ਜ਼ਿਆਦਾ ਹੈ ਨਹੀਂ ਸੀ। ਲਾਲ ਬਹਾਦਰ ਸ਼ਾਸਤਰੀ ਨੂੰ ਮੈਰਿਟ ਦੇ ਆਧਾਰ ਤੇ ਬਣਾਇਆ ਸੀ। ਲਾਲ ਬਹਾਦਰ ਸ਼ਾਸਤਰੀ ਹੋਰਾਂ ਦੀ ਮੌਤ ਹੁੰਦੀ ਹੈ। ਇੰਦਰਾ ਗਾਂਧੀ ਨੂੰ ਜਦੋਂ ਉਸ ਤੋਂ ਬਾਅਦ ਬਣਾਇਆ ਪ੍ਰਾਈਮ ਮਿਨਿਸਟਰ, ਉਦੋਂ ਇਹ ਸੋਚ ਕੇ ਬਣਾਇਆ ਸੀ ਰਬੜ ਕੀ ਗੁੜੀਆ ਜੀ, ਵੀ ਇਹ ਗੁੜੀਆ ਕਰੂਗੀ ਕੀ। ਫਿਰ ਜਿਹੜਾ ਪਹਿਲਾ ਕਲੇਸ਼ ਪੈਂਦਾ, ਪਹਿਲਾ ਕਲੇਸ਼ ਉਸ ਵੇਲੇ ਪੈਂਦਾ ਹੈ ਜਦੋਂ 14 ਵੱਡੇ ਬੈਂਕਾਂ ਦਾ ਕੌਮੀਕਰਨ ਹੁੰਦਾ ਹੈ ਜੀ, ਔਰ ਰਾਜਾਂ ਦੇ ਪ੍ਰੀਵੀ ਪਰਸ ਬੰਦ ਹੁੰਦੇ ਹੈ। ਕਿਉਂਕਿ ਜਿਹੜਾ ਰਾਈਟ ਵਿੰਗ ਸੀ ਕਾਂਗਰਸ ਪਾਰਟੀ ਦੇ ਵਿੱਚ, ਉਹ ਇਹਨਾਂ ਚੀਜ਼ਾਂ ਦੇ ਹੱਕ ਵਿੱਚ ਨਹੀਂ ਸੀ ਜੀ। ਦੂਜਾ ਕਲੇਸ਼ ਉਸ ਵੇਲੇ ਪੈਂਦਾ ਹੈ ਜਦੋਂ ਪਾਰਟੀ ਆਰਗੇਨਾਈਜੇਸ਼ਨ, ਜਿਹਨੂੰ ਆਪਾਂ ਸਿੰਡੀਕੇਟ ਵੀ ਕਹਿ ਦਿੰਦੇ ਹਾਂ, ਨਿਜਿੰਗਲਪਾ ਡਸਾਈ ਵਰਗੇ ਇਹ ਹੁੰਦੇ ਸੀ। ਆਰਗੇਨਾਈਜੇਸ਼ਨ ਵਾਲਿਆਂ ਨੇ ਪ੍ਰੈਜ਼ੀਡੈਂਟ ਦਾ ਫੈਸਲਾ ਕਰ ਦਿੱਤਾ ਸੀ ਮਿਸਟਰ ਨੀਲਮ ਸੰਜੀਵਾ ਰੈਡੀ ਜੀ, ਕਿ ਨੀਲਮ ਸੰਜੀਵਾ ਰੈਡੀ ਸਾਡੀ ਕਾਂਗਰਸ ਪਾਰਟੀ ਦਾ ਅਧਿਕਾਰਤ ਕੈਂਡੀਡੇਟ ਹੈ। ਇੰਦਰਾ ਗਾਂਧੀ ਨੇ ਉਸ ਵੇਲੇ ਪਾਰਟੀ ਦੇ ਅਧਿਕਾਰਤ ਕੈਂਡੀਡੇਟ ਦੇ ਖਿਲਾਫ ਜੀ ਜੀ ਇੰਡੀਪੈਂਡੈਂਟ ਕੈਂਡੀਡੇਟ ਖੜਾ ਕੀਤਾ ਸੀ, ਜਿਹਦਾ ਨਾਂ ਸੀ ਵੀਵੀ ਗਿਰੀ ਜੀ। ਔਰ ਵੀਵੀ ਗਿਰੀ ਇੱਕ ਟ੍ਰੇਡ ਯੂਨੀਅਨਿਸਟ ਸੀ। ਵੀਵੀ ਗਿਰੀ ਨੂੰ ਰਾਸ਼ਟਰਪਤੀ ਬਣਵਾਇਆ ਸੀ ਤੇ ਕਾਂਗਰਸ ਪਾਰਟੀ ਦਾ ਅਧਿਕਾਰਤ ਕੈਂਡੀਡੇਟ ਹਾਰ ਗਿਆ ਸੀ। ਫਿਰ ਕਾਂਗਰਸ ਪਾਰਟੀ ਦੇ ਵਿੱਚ ਫੁੱਟ ਪੈਂਦੀ ਹੈ, ਟੁੱਟਦੀ ਹੈ ਕਾਂਗਰਸ ਪਾਰਟੀ। ਇਹਦੇ ਬਾਵਜੂਦ ਵੀ ਕਿਉਂਕਿ ਉਹਦੇ ਕੋਲੇ ਉਸ ਵੇਲੇ 14 ਵੱਡੇ ਬੈਂਕਾਂ ਦਾ ਕੌਮੀਕਰਨ, ਜਿਹੜੇ ਨਿੱਜੀ ਬੈਂਕ ਸੀ ਉਹਨਾਂ ਦਾ ਨੈਸ਼ਨਲਾਈਜੇਸ਼ਨ ਕੀਤੀ ਸੀ ਔਰ ਰਾਜਾਂ ਦੇ ਪ੍ਰੀਵੀ ਪਰਸ ਬੰਦ ਕੀਤੇ ਸੀ। ਇਸ ਕਰਕੇ ਇੰਦਰਾ ਗਾਂਧੀ ਨੇ ਆਪਣੇ ਹੱਕ ਦੇ ਵਿੱਚ ਹਵਾ ਕਰ ਲਈ ਸੀ ਤੇ 1971 ਦੇ ਵਿੱਚ ਉਹ ਜਿਹੜੀ ਹੈਗੀ ਹੈ ਚੋਣਾਂ ਜਿੱਤਣ 'ਚ ਕਾਮਯਾਬ ਹੋ ਗਈ ਸੀ। ਉਸੇ ਸਮੇਂ ਦੇ ਦੌਰਾਨ ਹੀ ਪਾਕਿਸਤਾਨ ਦੇ ਨਾਲ ਲੜਾਈ ਲੱਗ ਗਈ ਤੇ ਫਿਰ ਜਿਹੜਾ ਹੈ ਇੱਕ ਨਵਾਂ ਦੇਸ਼ ਬੰਗਲਾਦੇਸ਼ ਬਣ ਗਿਆ ਤੇ ਉਹਦਾ ਜਿਹੜਾ ਹੈਗੀ ਹੈ ਠੱਕ ਚੱਲ ਪਿਆ ਜੀ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜੇ ਐਂਟੀ ਪੀਪਲ ਜਿਹੜੇ ਹੈਗੇ ਆ, ਜਿਹੜੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਫੈਸਲੇ ਨਾ ਹੋਣ, ਲੋਕਾਂ ਦੀਆਂ ਮੁਸ਼ਕਲਾਂ ਨਾ ਹੋਣ, ਤੇ ਉਸੇ ਇੰਦਰਾ ਗਾਂਧੀ ਨੂੰ, ਜਿਹਨੂੰ ਪਾਰਲੀਮੈਂਟ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੇ ਦੁਰਗਾ ਦਾ ਖਿਤਾਬ ਵੀ ਦਿੱਤਾ ਸੀ ਜੀ ਜੀ, ਜਦੋਂ ਪਾਕਿਸਤਾਨ ਦੇ 2 ਟੁਕੜੇ ਕੀਤੇ, ਤੇ ਉਸੇ ਇੰਦਰਾ ਗਾਂਧੀ ਨੂੰ ਜੂਨ 1975 ਦੇ ਵਿੱਚ ਐਮਰਜੈਂਸੀ ਵੀ ਲਾਉਣੀ ਪੈ ਗਈ ਸੀ। ਐਮਰਜੈਂਸੀ ਲਾਉਣ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਵੀ ਇੰਦਰਾ ਗਾਂਧੀ ਫੜੋ ਫੜੀ ਕਿਵੇਂ ਹੁੰਦੀ ਹੈ। ਇੰਦਰਾ ਗਾਂਧੀ
ਜੇ ਆਪਾਂ ਆਪਰੇਸ਼ਨ ਬਲੂ ਸਟਾਰ ਦੇਖੀਏ ਤਾਂ ਆਪਰੇਸ਼ਨ ਬਲੂ ਸਟਾਰ ਵੀ ਅੰਡਰ ਪ੍ਰੈਸ਼ਰ ਹੀ ਸੀ। ਇਹ ਵੀ ਇੱਕ ਜਿਹੜਾ ਹੈਗਾ ਉਹਦੇ ਵਿੱਚੋਂ ਡਰ ਦੀ ਭਾਵਨਾ ਚੋਂ ਨਿਕਲੀ ਸੀ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਜੀ। ਔਰ ਉਹਦੇ ਵਿੱਚੋਂ ਫਿਰ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤਾਂ ਫਿਰ ਇੰਦਰਾ ਗਾਂਧੀ ਦਾ ਕਤਲ ਹੁੰਦਾ। ਸਾਰੇ ਦੇਸ਼ ਦੇ ਵਿੱਚੋਂ ਕਮਿਊਨਲ ਲਾਈਨਸ ਦੇ ਉੱਤੇ ਜੀ ਟੋਟਲ ਜਿਹੜਾ ਹਿੰਦੂ ਭਾਈਚਾਰਾ ਜਿਹੜਾ ਹੈਗਾ ਵੱਡੀ ਤਾਦਾਦ ਦੇ ਵਿੱਚ ਰਾਜੀਵ ਗਾਂਧੀ ਨੂੰ ਵੋਟਾਂ ਪਾਉਂਦਾ। ਤੇ ਆਪਾਂ ਅੱਜ ਕਹਿੰਦੇ ਨੇ ਕਿ ਸਭ ਤੋਂ ਪਾਵਰਫੁਲ ਲੀਡਰ ਜਿਹੜਾ ਹੈਗਾ ਨਰਿੰਦਰ ਮੋਦੀ ਹੈ, ਲੇਕਿਨ ਨਰਿੰਦਰ ਮੋਦੀ ਨਾਲ ਉਹਦੇ ਕੋਲੇ ਵੱਧ ਸੀਟਾਂ ਸੀ, 400 ਤੋਂ ਉੱਪਰ ਸੀਟਾਂ ਆ ਗਈਆਂ ਸੀ। ਜੀ 400 ਤੋਂ ਉੱਪਰ ਸੀਟਾਂ ਤਾਂ ਕਦੇ ਵੀ 400 ਤੋਂ ਉੱਪਰ ਸੀਟਾਂ ਤਾਂ ਕਦੇ ਵੀ ਜੇ ਆਪਾਂ ਦੇਖੀਏ ਤਾਂ ਉਹ ਪੰਡਤ ਨਹਿਰੂ ਦੇ ਜ਼ਮਾਨੇ 'ਚ ਵੀ ਨਹੀਂ ਆਈਆਂ ਸੀ। ਸੋ ਇਸ ਤਰ੍ਹਾਂ ਮਤਲਬ ਜਿਹੜਾ ਹੈਗਾ ਇਹਦੇ 'ਚ ਜੇ ਆਪਾਂ ਕਹੀਏ ਤਾਂ ਸੁਰੱਖਿਆ ਦੀ ਭਾਵਨਾ ਜਦੋਂ ਪੈਦਾ ਹੁੰਦੀ ਹੈ। ਹੁਣ ਇਸ ਵੇਲੇ ਦੀ ਸਥਿਤੀ ਕੀ ਹੈ ਕਿ ਉਹਨਾਂ ਨੇ ਹਰ ਸੂਬੇ ਦੇ ਵਿੱਚ 2-2 ਲੀਡਰ ਖੜੇ ਕੀਤੇ। ਬਿਲਕੁਲ। ਉਹਦੇ ਵਿੱਚੋਂ ਜਿਹੜਾ ਸਥਾਪਿਤ ਲੀਡਰਸ਼ਿਪ ਹੈ, ਜੋ ਸਥਾਪਿਤ ਲੀਡਰਸ਼ਿਪ ਨੂੰ ਤੁਸੀਂ ਡੀਸਟੇਬਲਾਈਜ਼ ਕਰੋਗੇ ਤਾਂ ਕਈ ਵਾਰੀ ਫਿਰ ਮਾਮਲਾ ਥੋੜ੍ਹਾ ਗੜਬੜ ਹੋ ਜਾਂਦਾ। ਬਿਲਕੁਲ। ਪੰਜਾਬ ਦੇ ਵਿੱਚ ਵੀ ਇਹੀ ਸਥਿਤੀ ਹੋਈ ਸੀ। 2017 ਦੇ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਨਾ ਚਾਹੁੰਦੇ ਹੋਇਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੀਡਰ ਬਣਾਉਣਾ ਪੈ ਗਿਆ ਸੀ। ਜੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਹੈਗੇ ਝੋਲੀ ਚੋਂ ਦਾਣੇ ਮੁੱਕ ਗਏ। ਇਹਦੇ ਕਹਿਣ ਦੇ ਉੱਤੇ ਜਿਹੜੇ ਹੈਗੇ ਸ਼ਾਇਦ ਸਾਨੂੰ ਵੋਟਾਂ ਨਾ ਪੈਣ, ਐਂਟੀ ਇਨਕੰਬੈਂਸੀ ਹੋਊਗੀ। ਜੀ। ਉਹ ਐਂਟੀ ਇਨਕੰਬੈਂਸੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਦਾਅ ਲਾਇਆ, ਲੇਕਿਨ ਦਾਅ ਜ਼ਰੂਰ ਲਾਇਆ ਪਰ ਦਾਅ ਲਾਉਣ ਦਾ ਤਰੀਕਾਕਾਰ ਗਲਤ ਸੀ। ਅੱਛਾ ਜੀ। ਉਹ ਜਿਵੇਂ ਮਤਲਬ ਜਿਸ ਢੰਗ ਨਾਲ ਹੈ, ਜੇ ਇਹੀ ਚੀਜ਼ ਹੈ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਆਪਸ ਵਿੱਚ ਬਿਠਾ ਕੇ ਅੰਦਰ ਖਾਤੇ ਉਹਨਾਂ ਨੂੰ ਕਨਵਿੰਸ ਕੀਤਾ ਹੁੰਦਾ, 2 ਦਿਨ 4 ਦਿਨ ਲਾਏ ਹੁੰਦੇ ਤਾਂ ਉਹਨੂੰ ਪ੍ਰਧਾਨ ਐਲਾਨਣ ਤੋਂ ਪਹਿਲਾਂ ਦੋਨਾਂ ਦੇ ਵਿੱਚ ਇੱਕ ਅੰਡਰਸਟੈਂਡਿੰਗ ਬਣਾਈ ਹੁੰਦੀ। ਜੀ। ਔਰ ਉਸ ਅੰਡਰਸਟੈਂਡਿੰਗ ਦੇ ਬਣਾਉਣ ਦਾ ਨਤੀਜਾ ਕੀ ਨਿਕਲਣਾ ਸੀ ਕਿ ਜਿਹੜੀ ਹੁਣ ਕੁੱਕੜ ਖੇ ਉੱਡਦੀ ਹੈ ਇਹ ਨਹੀਂ ਸੀ ਉੱਡਣੀ। ਜੀ। ਇਹ ਨਹੀਂ ਸੀ ਉੱਡਣੀ। ਇਸ ਕਰਕੇ ਕੁੱਕੜ ਖੇ ਵਾਲੀ ਗੱਲ ਖਤਮ ਨਹੀਂ ਹੋਣੀ ਸੀ। ਜੇ ਅੱਜ ਵੀ ਆਪਾਂ ਦੇਖੀਏ, ਤੁਸੀਂ ਗੁਜਰਾਤ ਦੇ ਵਿੱਚ ਦੇਖੋ ਕੀ ਹੋਇਆ। ਜੀ। ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲਾੜੇ ਸਣੇ ਬਰਾਤ ਸਭ ਕੁਝ ਹੀ ਬਦਲਤਾ। ਉਹਨਾਂ ਨੇ ਚੀਫ ਮਿਨਿਸਟਰ ਵੀ ਬਦਲਤਾ, ਸਾਰੇ ਵਜ਼ੀਰ ਵੀ ਬਦਲਤੇ, ਸਭ ਕੁਝ ਨਵਾਂ। ਜੀ। ਕਾਂਗਰਸ ਪਾਰਟੀ ਦੀ ਹਾਲਤ ਕੀ ਹੈ? ਇੱਕੋ ਹੀ ਸੂਰਤ ਦੀ ਜਿਹੜੀਆਂ ਉੱਥੇ ਤੁਹਾਡੀਆਂ ਇਲੈਕਸ਼ਨਾਂ ਹੋਈਆਂ ਸੀ ਕਾਰਪੋਰੇਸ਼ਨਾਂ ਦੀਆਂ, ਜੀ ਮਿਊਨਿਸਪੈਲਿਟੀਜ਼ ਦੀਆਂ, ਔਰ ਉਹਨਾਂ ਇਲੈਕਸ਼ਨਾਂ ਦਾ ਨਤੀਜਾ ਕੀ ਨਿਕਲਿਆ ਸੀ? ਕਾਂਗਰਸ ਪਾਰਟੀ ਹੁੰਜੀ ਗਈ। ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵਧੀਆ ਪੋਜੀਸ਼ਨ ਦੇ ਨਾਲ ਸੀਟਾਂ ਲੈ ਕੇ ਗਈ ਹੈ। ਜੀ। ਔਰ ਉਹ ਆਮ ਆਦਮੀ ਪਾਰਟੀ ਦੀ ਚੜ੍ਹਾਈ ਦੇਖ ਕੇ ਇੰਨੀ ਜ਼ਿਆਦਾ ਵਿਆਕੁਲ ਹੋ ਗਈ ਭਾਰਤੀ ਜਨਤਾ ਪਾਰਟੀ ਕਿ ਉਹਨਾਂ ਨੇ ਸਭ ਕੁਝ ਚੇਂਜ ਕਰਤਾ। ਜੀ। ਪਰ ਕਾਂਗਰਸ ਪਾਰਟੀ ਦੀ ਹਾਲਤ ਕੀ ਹੈ? ਜਦੋਂ ਕਾਂਗਰਸ ਪਾਰਟੀ ਲੋਕਲ ਬਾਡੀ ਦੀਆਂ ਚੋਣਾਂ 'ਚ ਹਾਰ ਗਈ, ਗੁਜਰਾਤ 'ਚ ਕੀ ਹੋਇਆ? ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਅਸਤੀਫਾ ਦੇ ਗਿਆ। ਜੀ। ਵਿਰੋਧੀ ਧਿਰ ਦਾ ਜਿਹੜਾ ਆਗੂ ਸੀ ਉਹ ਅਸਤੀਫਾ ਦੇ ਗਿਆ। ਦੋਨਾਂ ਨੇ ਅਸਤੀਫੇ ਦਿੱਤੇ। 6 ਮਹੀਨਿਆਂ ਦੇ ਵਿੱਚ ਨਾ ਤਾਂ ਅਜੇ ਤੱਕ ਉਹ ਕਾਂਗਰਸ ਦਾ ਕੋਈ ਪੱਕਾ ਪ੍ਰਧਾਨ ਬਣਾ ਸਕੇ। ਮਿਸਟਰ ਜਿਹੜਾ ਉਹ ਆਪਣਾ ਹਾਰਦਿਕ ਪਟੇਲ ਹੈ, ਹਾਰਦਿਕ ਪਟੇਲ ਜਿਹੜਾ ਹੈਗਾ ਉਹ ਵਰਕਿੰਗ ਪ੍ਰੈਜ਼ੀਡੈਂਟ ਹੈ। ਜੀ। ਵਰਕਿੰਗ ਪ੍ਰੈਜ਼ੀਡੈਂਟ ਚਲਾਈ ਜਾਂਦਾ ਹੈ। ਨਾ ਅਜੇ ਤੱਕ ਵਿਰੋਧੀ ਧਿਰ ਦਾ ਕੋਈ ਆਗੂ ਬਣਾਇਆ। ਜਿਹੜਾ ਇੰਚਾਰਜ ਸੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ, ਜਿਹੜਾ ਇੰਚਾਰਜ ਲਾਇਆ ਸੀ ਉਹ ਵੀ ਕਰੋਨਾ ਦਾ ਸ਼ਿਕਾਰ ਹੋ ਗਿਆ, ਉਹਦੀ ਮੌਤ ਵੀ ਹੋ ਗਈ। ਹੁਣ ਕੋਈ ਇੰਚਾਰਜ ਵੀ ਨਹੀਂ ਲਾਇਆ। ਤੇ ਜੇ ਹੁਣ ਕੱਲ੍ਹ ਨੂੰ ਇਹ ਕਹਿਣ ਕਿ ਰਾਹੁਲ ਗਾਂਧੀ ਉਹ ਕਦੇ ਕਿਸੇ ਮੰਦਿਰ 'ਚ ਜਾ ਕੇ, ਕਦੇ ਜਨੇਊ ਪਾ ਕੇ, ਕਦੇ ਕੁਛ ਕਰਵਾ ਕੇ ਤੇ ਕਦੇ ਕੁਛ ਕਰਵਾ ਕੇ ਕਹਿ ਦੂ ਆਪਾਂ ਸੀਟ ਵੋਟਾਂ ਜਿੱਤ ਲਵਾਂਗੇ, ਤੇ ਕਿਵੇਂ ਹੋ ਜੂ? ਹੁਣ ਜਿਹੜਾ ਆਪਣਾ ਪਿਛਲੇ ਦਿਨਾਂ ਦੇ ਵਿੱਚ ਵੀ ਉਹ ਦੇਵੀਆਂ ਦੇ ਮੰਦਿਰਾਂ ਤੇ ਆਇਆ ਸੀ। ਉਹਨੇ ਕਿਹਾ ਜੀ ਇਹ ਬੀਜੇਪੀ ਵਾਲੇ ਤਾਂ ਨਕਲੀ ਹਿੰਦੂ ਹੈ, ਮੈਂ ਅਸਲੀ ਹਿੰਦੂ ਹੈ। ਤੇ ਬੀਜੇਪੀ ਵਾਲੇ ਇੱਕ ਲੀਡਰ ਦਾ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ, ਉਹਨੇ ਕਿਹਾ ਕਿ ਇਹ ਮੌਕੇ ਮੁਤਾਬਕ ਆਪਣਾ ਫੈਸਲਾ ਕਰਦਾ ਹੈ। ਜੇ ਹੁਣ ਆਪਾਂ ਦੇਖੀਏ, ਰਾਹੁਲ ਗਾਂਧੀ ਦਾ ਜਿਹੜਾ ਹੈਗਾ ਬਾਪ ਉਹ ਇੱਕ ਪਾਰਸੀ ਸੀ। ਜੀ। ਤੇ ਕਿਸੇ ਬੰਦੇ ਦੀ ਜਿਹੜੀ ਸ਼ਨਾਖਤ ਹੁੰਦੀ ਹੈ ਖਾਨਦਾਨ ਦੀ, ਉਹਦੇ ਬਾਪ ਤੋਂ ਹੁੰਦੀ ਹੈ, ਨਾ ਕਿ ਮਾਂ ਤੋਂ ਹੁੰਦੀ ਹੈ। ਜਿਹੜੀ ਉਹਦੀ ਨਾਨੀ ਸੀ ਉਹ ਪੰਡਤਾਨੀ ਜ਼ਰੂਰ ਸੀ। ਜੀ। ਲੇਕਿਨ ਰਾਜੀਵ ਗਾਂਧੀ ਦਾ ਪਿਓ ਹੈ ਜਿਹੜਾ ਉਹ ਪਾਰਸੀ ਸੀਗਾ। ਤਾਂ ਰਾਜੀਵ ਗਾਂਧੀ ਵੀ ਪਾਰਸੀ ਬਣੇ ਤਾਂ ਰਾਹੁਲ ਗਾਂਧੀ ਵੀ ਪਾਰਸੀ ਬਣੇ। ਲੇਕਿਨ ਰਾਹੁਲ ਗਾਂਧੀ ਦੀ ਦਾਦੀ ਨੇ ਇੱਕ ਪਾਰਸੀ ਨਾਲ ਵਿਆਹ ਕੀਤਾ ਸੀ। ਜੇ ਹੁਣ ਦਾਦੀ ਵਾਲੇ ਪਾਸੋਂ ਕਹਿੰਦੀ ਹੈ ਕਿ ਉਹ ਇੱਕ ਪੰਡਤ ਦੀ ਧੀ ਸੀ ਤੇ ਉਹ ਪੰਡਤ ਕਿਵੇਂ ਬਣ ਜੂ? ਜੇ ਉਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਤਾਂ ਹਿੰਦੂ ਕਿਵੇਂ ਬਣ ਜੂਗਾ? ਸੋ ਇਸ ਕਿਸਮ ਦੇ ਫਿਰ ਟੰਕਿਆਂ ਪੰਨਿਆਂ ਨਾਲ ਗੱਲ ਨਹੀਂ ਨਾ ਬਣਦੀ ਹੁੰਦੀ। ਬਿਲਕੁਲ। ਸੋ ਕਾਂਗਰਸ ਪਾਰਟੀ ਦੀ ਜਿਹੜੀ ਦੁਰਦਸ਼ਾ ਹੋਈ ਹੈ, ਜਿਹੜੀ ਦੁਰਦਸ਼ਾ ਹੋ ਰਹੀ ਹੈ, ਇਸ ਦੁਰਦਸ਼ਾ ਦਾ ਕਾਰਨ ਇਹੀ ਹੈ। ਮਹੀਨਾ ਪਹਿਲਾਂ ਤਾਂ ਤੁਸੀਂ ਪ੍ਰਧਾਨ ਬਣਾਉਣੇ ਹੋ, ਜੁਲਾਈ ਦੇ ਵਿੱਚ 23 ਜੁਲਾਈ ਨੂੰ ਨਵਜੋਤ ਸਿੱਧੂ ਨੇ ਟੇਕ ਓਵਰ ਕੀਤਾ। ਬਿਲਕੁਲ। 23 ਜੁਲਾਈ ਤੋਂ ਲੈ ਕੇ ਪਾਣੀ ਕਿੱਥੋਂ ਤੱਕ ਹੈ? 2 ਵਾਰੀ ਬਗਾਵਤ ਹੋ ਚੁੱਕੀ ਹੈ। ਹਾਲੇ ਤੱਕ ਹਾਲਾਂਕਿ ਪੁਸ਼ਟੀ ਨਹੀਂ ਹੋਈ ਇਸ ਗੱਲ ਦੀ ਕਿ ਕਿਸੇ 40 ਬੰਦਿਆਂ ਨੇ ਕਿਹਨਾਂ ਨੇ ਚਿੱਠੀ ਲਿਖੀ ਹੈ। ਤੁਸੀਂ ਆਹ ਜਿਹੜਾ ਜ਼ਿਕਰ ਕੀਤਾ ਸੀ ਕਿ ਗਲ ਪੈਂਦੇ ਹੈ। ਕੱਲ ਸੁਖੀ ਰੰਧਾਵੇ ਨੂੰ ਜਦੋਂ ਵਾਰ-ਵਾਰ ਪੱਤਰਕਾਰ ਪੁੱਛਦੇ ਸੀ, ਉਹ ਕਹਿੰਦਾ ਸੀ ਚੌਥਾ ਥੰਮ ਹੈ ਜਿਹੜਾ, ਤੁਸੀਂ ਡੈਮੋਕ੍ਰੇਸੀ ਦਾ ਆਪਣੇ ਆਪ ਨੂੰ ਚੌਥਾ ਥੰਮ ਸਮਝਦੇ ਹੋ,
ਲੇਕਿਨ ਤੁਸੀਂ ਲੋਕ ਹੀ ਡੈਮੋਕ੍ਰੇਸੀ ਦੇ ਲਈ ਖਤਰਾ ਪੈਦਾ ਹੋ ਗਿਆ। ਪੱਤਰਕਾਰਾਂ ਨੇ ਤਾਂ ਖਬਰਾਂ ਲੈਣੀਆਂ ਡੈਮੋਕ੍ਰੇਸੀ ਲਈ, ਉਹ ਖਤਰਾ ਕਿਵੇਂ ਪੈਦਾ ਹੋ ਗਈ? ਜੇ ਤੁਹਾਡੇ ਘਰ ਦੇ ਵਿੱਚ ਕੋਈ ਮਾੜੀ ਮੁੱਟੀ ਧੂਆਂ ਨਿਕਲਦਾ ਤਾਂ ਫੇਰ ਹੀ ਉਹਨਾਂ ਨੇ ਸੁੰਘਣੀ ਹੈ। ਕੁੰਡੇ ਦਾ ਖੜਕਾ ਕੱਢਦੇ ਨਹੀਂ। ਇਸ ਕਰਕੇ ਮਤਲਬ ਇਸ ਕਿਸਮ ਦੀਆਂ ਗੱਲਾਂ ਬਾਤਾਂ ਕਰਨ ਦੀ ਬਜਾਏ ਪਹਿਲਾਂ ਆਪਣਾ ਘਰ ਸੰਭਾਲੋ। ਕਾਂਗਰਸ ਪਾਰਟੀ ਵੈਸੇ ਤਾਂ ਹੁਣ ਇਹ ਹੈ ਵੀ ਸੋਚੀ ਤਾਂ ਜਾਂਦੀ ਹੈ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ, ਪਰ ਵਿਰੋਧੀ ਧਿਰ ਦਾ ਰੁਤਬਾ ਉਹਨਾਂ ਕੋਲੇ ਨਹੀਂ ਰਿਹਾ, ਲੇਕਿਨ ਕ੍ਰੈਡੀਬਿਲਿਟੀ ਕਾਂਗਰਸ ਪਾਰਟੀ ਦੀ ਇੰਨੀ ਜ਼ਿਆਦਾ ਡਾਊਨ ਹੋ ਗਈ। ਸ਼ਰਦ ਪਵਾਰ ਵਰਗੇ ਬੰਦੇ ਨੇ ਵੀ ਕਹਿਤਾ ਕਿ ਪਹਿਲਾਂ ਕਾਂਗਰਸ ਪਾਰਟੀ ਆਪਣਾ ਘਰ ਸੰਭਾਲੇ ਤੇ ਫਿਰ ਗਾਂ ਵਾਲੀ ਗੱਲ ਕਰੇ। ਘਰ ਇਹਨਾਂ ਤੋਂ ਸੰਭਾਲ ਨਹੀਂ ਹੁੰਦਾ। ਉਹ ਘਰ ਦੇ 3 ਜੀ ਆ, ਮਾਂ ਬਿਮਾਰ ਆ, ਭੈਣ ਭਰਾ ਜਿਹੜੇ ਉਹਨਾਂ ਦੇ ਆਪਣੇ ਚੱਕਰ ਨਹੀਂ ਡਲਦੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਨੇ ਕੀ ਕਰਨਗੇ। ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋਈ ਜਾਂਦਾ ਜੀ। ਤੇ ਢਿੱਲੋਂ ਸਾਹਿਬ, ਡੇਰਾ ਸਿਰਸਾ ਦੀਆਂ ਬੜੀਆਂ ਹਮੇਸ਼ਾ ਜਦੋਂ ਕਿਤੇ ਆ ਦੇਖੋ ਹੁਣ ਹੋਇਆ ਕੰਮ ਇਹਨਾਂ ਦਾ, ਇੱਕ ਨੇਕੀ ਮਟਰਾਂ ਵਾਲਾ ਵੀ ਹੈ, ਉਹ ਵੀ ਗੀਤਕਾਰ ਜਿਹਾ ਹੋਰ ਹੈ। ਆ ਮੁੰਡਾ ਫੜਿਆ ਗਿਆ ਜਿਹੜਾ ਉੱਥੇ ਤਖਤ ਕੇਸਗੜ੍ਹ ਸਾਹਿਬ ਤੇ ਜਿਹਨੇ ਘਾਰਾ ਕੀਤਾ, ਉਹ ਵੀ ਡੇਰਾ ਸਿਰਸਾ ਨਾਲ ਸੰਬੰਧਿਤ ਆ ਰਿਹਾ, ਸਾਰਾ ਕੁਛ ਆ ਰਿਹਾ। ਪਿੰਡ ਵਾਲਿਆਂ ਨੇ ਬਾਈਕਾਟ ਵੀ ਕੀਤਾ। ਹੁਣ ਕਹਿੰਦੇ ਇਹਨਾਂ ਦੇ ਮੁਕੰਮਲ ਪਾਬੰਦੀ ਦੀ ਗੱਲ ਕੀਤੀ ਜਾ ਰਹੀ ਹੈ, ਕਿਹਦੇ ਵੱਲੋਂ ਕੀਤੀ ਜਾ ਰਹੀ ਹੈ? ਦੇਖੋ ਗੱਲ ਇਹ ਕੀਤੀ, ਮੁਕੰਮਲ ਪਾਬੰਦੀ ਦੀ ਗੱਲ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਜੀ। ਭਾਈ ਹਰਪ੍ਰੀਤ ਸਿੰਘ ਹੋਰੀ ਵਿਦੇਸ਼ੀ ਦੌਰੇ ਤੇ ਗਏ ਸੀ। ਵਿਦੇਸ਼ੀ ਦੌਰੇ ਤੋਂ ਵਾਪਸ ਆਉਂਦਿਆਂ ਸਾਰ ਉਹ ਸਿੱਧਾ ਕੇਸਗੜ੍ਹ ਸਾਹਿਬ ਗਏ ਜੀ। ਉੱਥੇ ਉਹਨਾਂ ਨੇ ਜਿਹੜੇ ਕੇਸਗੜ੍ਹ ਸਾਹਿਬ ਦੇ ਅਹੁਦੇਦਾਰ ਸੀ, ਉੱਥੋਂ ਦੇ ਜਥੇਦਾਰ ਸਾਹਿਬ ਸੀ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਇੰਫਰਮੇਸ਼ਨ ਸਾਰੀ ਹਾਸਿਲ ਕੀਤੀ ਹੈ ਜੀ। ਇੰਫਰਮੇਸ਼ਨ ਹਾਸਲ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਵੀ ਡੇਰਾ ਸੱਚਾ ਸੌਦਾ ਵਾਲੇ ਹਿੰਦੂਆਂ ਤੇ ਸਿੱਖਾਂ ਦੇ ਦਰਮਿਆਨ ਵੀ ਜੀ ਜਿਹੜੀ ਆ ਖਟਾਸ ਪੈਦਾ ਕਰਦੇ ਹੈ, ਇਹਨਾਂ ਦੇ ਦਰਮਿਆਨ ਨਫ਼ਰਤ ਪੈਦਾ ਕਰ ਰਹੇ ਹੈ। ਅਗਲੀ ਗੱਲ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਹੋਰ ਕਹੀ ਹੈ ਜੀ ਕਿ ਡੇਰਾ ਸੱਚਾ ਸੌਦਾ ਵਾਲੇ ਅਜਿਹੀਆਂ ਕਾਰਵਾਈਆਂ ਕਰਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰ ਰਹੇ ਜੀ। ਇਸ ਕਰਕੇ ਉਹਨਾਂ ਨੇ ਡਿਮਾਂਡ ਕੀਤੀ ਹੈ ਵੀ ਇਹਨਾਂ ਦੇ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਜਾਵੇ ਜੀ। ਬਿਲਕੁਲ ਅਸੀਂ ਉਹਨਾਂ ਨਾਲ ਸਹਿਮਤ ਹਾਂ ਵੀ ਜੇ ਇਹ ਸਾਰਾ ਕੁਝ ਕਰਦੇ ਹੈ ਤਾਂ ਜ਼ਰੂਰ ਪਾਬੰਦੀ ਲਾ ਦਿੱਤੀ ਜਾਵੇ। ਪਰ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਦੀ ਅਧਿਕਾਰਤ ਤੌਰ ਤੇ ਇੱਕ ਸਟੇਟਮੈਂਟ ਵੀ ਆ ਗਈ ਹੈ ਜੀ। ਉਹਨਾਂ ਨੇ ਕਿਹਾ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਾਂ ਜੀ ਆਪਣੀ ਮੈਨੇਜਮੈਂਟ ਵੱਲੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜਾ ਬੰਦਾ ਕਰਦਾ ਉਹ ਸਮਾਜ ਦਾ ਦੁਸ਼ਮਣ ਆ, ਸਾਡਾ ਦੁਸ਼ਮਣ ਆ, ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਜਿਸ ਬੰਦੇ ਨੇ ਗੁਰੂ ਘਰ ਦੇ ਅੰਦਰ ਰਹਿ ਕੇ, ਹਾਲਾਂਕਿ ਉਹਨੇ ਇੱਕ ਇਜਾਜ਼ਤ ਲਈ ਸੀ ਇੱਕ ਦਿਨ ਰਹਿਣ ਵਾਸਤੇ, ਉੱਥੇ ਕੇਸਗੜ੍ਹ ਸਾਹਿਬ ਗੁਰੂ ਘਰ ਦੇ ਵਿੱਚ ਰਹਿੰਦਾ ਹੈ, ਸਵੇਰੇ ਅਗਲੇ ਦਿਨ ਉਹ ਬੀੜੀ ਪੀਂਦਾ, ਬੀੜੀ ਪੀ ਕੇ ਉਹ ਅੰਦਰ ਵੈਸੇ ਤਾਂ ਬੀੜੀ ਪੀਣੀ ਹੀ ਲਿਜਾਣੀ ਬਜਰਗਣਾ ਹੀ ਹੈ, ਫਿਰ ਉਹ ਜਾ ਕੇ ਉੱਥੇ ਪੀਂਦਾ। ਫਿਰ ਉਹ ਜਿਹੜੇ ਹੈਗੇ ਸਾਡੇ ਉੱਥੇ ਜਿਹੜੇ ਸੇਵਾਦਾਰ ਹੈ ਉਹਨਾਂ ਵੱਲੋਂ ਧੂੰਆਂ ਮਾਰਦਾ ਹੈ। ਇਹ ਆਪਣੇ ਆਪ ਦੇ ਵਿੱਚ ਛੋਟਾ ਪਾਪ ਨਹੀਂ, ਬਹੁਤ ਵੱਡਾ ਪਾਪ ਹੈ। ਬੰਦੇ ਦਾ ਨਾਮ ਪਰਮਜੀਤ ਸਿੰਘ ਹੈ, ਨੇਕ ਮਟਰ ਵਾਲੇ ਦਾ ਜਵਾਈ ਹੈ। ਪਰ ਗੱਲ ਹੈ ਕੋਈ ਕਿਸੇ ਦਾ ਜਵਾਈ ਹੋਣੇ ਦਾ ਮਤਲਬ ਇਹ ਨਹੀਂ ਜੇ ਕੋਈ ਕਿਸੇ ਦਾ ਜਵਾਈ ਹੈ ਕਿਸੇ ਦਾ ਪੁੱਤ ਵੀ ਹੁੰਦਾ। ਜਿਹੜਾ ਗੁਨਾਹ ਜਿਹਨੇ ਕੀਤਾ ਗੁਨਾਹਗਾਰ ਉਹੀ ਹੈ ਜੀ। ਉਹ ਬੰਦਾ ਗੁਨਾਹਗਾਰ ਹੈ, ਉਹ ਕਹਿੰਦੇ ਜੀ ਸਾਡਾ ਉਹਦੇ ਨਾਲ ਕੋਈ ਤਲਕ ਨਹੀਂ। ਜੇ ਬੰਦਾ ਸਾਡਾ ਵੀ ਉਹਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਗੱਲ ਉਹਨਾਂ ਨੇ ਗੱਲ ਸਾਫ਼ ਕਰਤੀ। ਪਰ ਦਾਨੇ ਵਾਲੀ ਸਾਹਿਬ ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਤਾਂ ਗੱਲ ਕਹਿਤੀ। ਸਿਆਣੇ ਬੰਦੇ ਉਹ ਹੁੰਦੇ ਹੈ ਜੇ ਇਹ ਪ੍ਰੋਬਲਮ ਖੜੀ ਹੋਈ ਹੈ ਤੇ ਪ੍ਰੋਬਲਮ ਦੀ ਜੜ ਕੀ ਹੈ। ਉਹਨਾਂ ਨੇ ਜੜ ਕਿਉਂ ਨਹੀਂ ਫੜੀ? ਜਥੇਦਾਰ ਹਰਪ੍ਰੀਤ ਸਿੰਘ ਹੋਰੀ, ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਸ ਅਹੁਦੇ ਤੇ ਵਿਰਾਜਮਾਨ ਹੈ ਜੀ, ਉਹ ਅਹੁਦਾ ਅਕਾਲ ਤਖਤ ਸਾਹਿਬ ਦਾ, ਹਾਲਾਂਕਿ ਇਹ ਐਕਟਿੰਗ ਹੈ, ਪੱਕੇ ਨਹੀਂ ਹੈਗੀ, ਪੱਕਾ ਤਾਂ ਲਾਉਂਦਾ ਹੀ ਨਹੀਂ ਨਾ। ਪੱਕੇ ਜਥੇਦਾਰ ਹੈਗੇ ਇਹ ਦਮਦਮਾ ਸਾਹਿਬ ਦੇ। ਲੇਕਿਨ ਦਮਦਮਾ ਸਾਹਿਬ ਦੇ ਜਿੱਥੋਂ ਦੇ ਜਥੇਦਾਰ ਸੀ ਜੀ, ਇਹਨਾਂ ਤੋਂ ਪਹਿਲਾਂ ਵੀ ਇੱਕ ਜਥੇਦਾਰ ਸਾਹਿਬ ਹੁੰਦੇ ਸੀ ਜਿਨ੍ਹਾਂ ਦਾ ਨਾਂ ਸੀ ਗਿਆਨੀ ਗੁਰਮੁਖ ਸਿੰਘ ਜੀ। ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਜੋ ਕੁਛ ਕਿਹਾ ਜਾਂ ਤਾਂ ਜਥੇਦਾਰ ਹਰਪ੍ਰੀਤ ਸਿੰਘ ਜੀ ਕਹਿ ਦੇਣ ਕਿ ਗਿਆਨੀ ਗੁਰਮੁਖ ਸਿੰਘ ਝੂਠਾ ਸੀ ਜੀ, ਉਹਨੇ ਝੂਠ ਬੋਲਿਆ। ਤੇ ਜੇ ਉਹਨੇ ਝੂਠ ਬੋਲਿਆ, ਉਹ ਤਖਤ ਦਾ ਜਥੇਦਾਰ ਰਿਹਾ ਸੀ, ਅੱਜ ਵੀ ਉਹ ਨੌਕਰੀ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਉਸ ਬੰਦੇ ਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਤੁਸੀਂ ਉਹਨੂੰ ਕ੍ਰਿਟੀਸਾਈਜ਼ ਵੀ ਨਹੀਂ ਕਰਦੇ, ਤੁਸੀਂ ਖੰਡਨ ਵੀ ਨਹੀਂ ਕਰਦੇ, ਤਾਂ ਜੋ ਕੁਛ ਉਹਨੇ ਗੱਲ ਕਹੀ ਹੈ ਉਹ ਸਹੀ ਹੈ। ਫਿਰ ਉਹਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ ਜਿਹੜਾ ਚੰਡੀਗੜ੍ਹ ਵਾਲਾ ਤਖਤ ਆ, ਸਰਕਾਰੀ ਤਖਤ ਜੀ, ਪੰਜਾਬ ਵਿਚਲੇ 3 ਤਖਤਾਂ ਦੇ ਜਥੇਦਾਰ ਸਾਹਿਬਾਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਕੇਸਗੜ੍ਹ ਸਾਹਿਬ ਦੇ, ਇਹਨਾਂ ਤਿੰਨਾਂ ਨੂੰ ਚੰਡੀਗੜ੍ਹ ਵਾਲੇ ਤਖਤ ਤੇ ਬੁਲਾਇਆ ਗਿਆ ਜੀ। ਤਿੰਨਾਂ ਨੂੰ ਤਖਤ ਤੋਂ ਬੁਲਾ ਕੇ ਹੁਕਮ ਦਿੱਤਾ ਗਿਆ ਕਿ ਡੇਰਾ ਮੁਖੀ ਨੂੰ ਮਾਫ ਕਰ ਦਿੱਤਾ ਜਾਵੇ, ਉਹਨੂੰ ਜਿਹੜਾ ਪੰਥ 'ਚੋਂ ਛੇਕਿਆ ਹੋਇਆ ਪੰਥ 'ਚ ਵਾਪਸ ਲੈ ਲਿਆ ਜਾਵੇ ਜੀ। ਪੰਥ ਦੇ ਵਿੱਚ ਉਹਨੂੰ ਛੇਕਿਆ ਕਿਹਨੇ ਸੀ? ਪੰਥ ਦੇ ਵਿੱਚ ਉਹਨੂੰ ਤੁਸੀਂ ਅਸੀਂ ਨਹੀਂ ਛੇਕਿਆ ਸੀ, ਪੰਥ ਦੇ ਵਿੱਚੋਂ ਵੀ ਉਹਨੂੰ ਸਿੰਘ ਸਾਹਿਬਾਨ ਨੇ ਛੇਕਿਆ ਸੀ। ਕਿਉਂ ਛੇਕਿਆ ਸੀ? ਕਿਉਂਕਿ ਉਹਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ ਜੀ, ਇਸ ਤੋਂ ਉਸ ਦੇ ਵਿੱਚ ਉਹਨੂੰ ਛੇਕਿਆ ਸੀ। ਉਸ ਬੰਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਮੁਆਫੀ ਨਹੀਂ ਮੰਗੀ। ਉਹਨੇ ਸਿਰਫ ਤੇ ਸਿਰਫ ਇੱਕੋ ਗੱਲ ਕਹੀ ਹੈ ਕਿ ਮੈਂ
ਸਪਸ਼ਟੀਕਰਨ ਦੇਣਾ। ਜੀ ਜੋ ਉਹਨੇ ਸਪਸ਼ਟੀਕਰਨ ਲਿਖਿਆ ਸੀ ਥੱਲੇ, ਜਿਹੜਾ ਉਹਦੇ ਲਿਖਿਆ ਖਿਮਾ ਦਾ ਜਾਚਕ, ਉਹ ਖਿਮਾ ਦਾ ਜਾਚਕ ਉਹਨੇ ਨਹੀਂ ਸੀ ਲਿਖਿਆ ਜੀ। ਉਹ ਅਸਲ ਦੇ ਵਿੱਚ ਜਿਹੜਾ ਹੈਗਾ ਉਹ ਲਿਖਿਆ ਗਿਆ ਸੀਗਾ ਕਿਸੇ ਹੋਰ ਨੇ। ਕਿਉਂਕਿ ਜਿਹੜੀ ਉਹਦੀ ਚਿੱਠੀ ਹੈ ਸਪਸ਼ਟੀਕਰਨ ਵਾਲੀ ਰਾਮ ਰਹੀਮ ਦੀ, ਰਾਮ ਰਹੀਮ ਦੀ ਚਿੱਠੀ ਹਿੰਦੀ ਵਿੱਚ ਲਿਖੀ ਸੀ, ਹਿੰਦੀ ਚ ਲਿਖੀ ਤੇ ਖਿਮਾ ਦਾ ਜਾਚਕ ਜਿਹੜੀ ਉਹ ਪੰਜਾਬੀ ਦੀ ਚਿੱਠੀ ਹੈ। ਤੇ ਫਿਰ ਕਿੱਥੇ ਲਿਖੀ ਗਈ ਉਹ ਚਿੱਠੀ? ਜਦੋਂ ਚੰਡੀਗੜ੍ਹ ਦੇ ਤਖਤ ਤੋਂ ਅਕਾਲ ਦੇ ਤਖਤ ਨੂੰ ਹੁਕਮ ਹੋਇਆ ਜੀ ਕਿ ਤੁਸੀਂ ਇਹਨਾਂ ਨੂੰ ਮਾਫ ਕਰੋ, ਤੇ ਜਿਹੜੇ ਸੁਸ਼ੋਭਤ ਸੀ ਉਸ ਵੇਲੇ ਦੇ ਸਿੰਘ ਸਾਹਿਬਾਨ, ਉਹਨਾਂ ਨੇ ਸਿਰ ਝੁਕਾਇਆ ਜੀ ਸਰਕਾਰੀ ਤਖਤ ਮੂਹਰੇ। ਬਿਲਕੁਲ ਝੁਕਾਇਆ। ਸਰਕਾਰੀ ਤਖਤ ਮੂਹਰੇ ਸਿਰ ਝੁਕਾ ਕੇ ਉਹਨਾਂ ਨੇ ਸਪਸ਼ਟੀਕਰਨ ਨੂੰ ਮਾਫੀ ਦਾ ਰੂਪ ਦਿੱਤਾ, ਮਾਫ ਕਰਤਾ। ਪੰਥ ਨੇ ਉਹਨੂੰ ਚੱਕਿਆ ਨੀਗਾ ਜੀ, ਉਸ ਮਾਫੀ ਨੂੰ ਪੰਥ ਨੇ ਬਰਦਾਸ਼ਤ ਨਹੀਂ ਕੀਤਾ। ਫਿਰ 91 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਚ ਦਿੱਤੇ ਗਏ। ਉਹ ਵੀ ਲੋਕਾਂ ਨੇ ਰੱਦ ਕਰ ਦਿੱਤੇ ਕਿ ਨਹੀਂ ਅਸੀਂ ਫੇਰ ਨਹੀਂ ਮੰਨਦੇ। ਫਿਰ ਚੱਬੇ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਸਰਬੱਤ ਖਾਲਸਾ ਹੁੰਦਾ ਹੈ, ਇਕੱਠ ਹੁੰਦਾ ਹੈ। ਸਰਬੱਤ ਖਾਲਸਾ ਜਦੋਂ ਹੁੰਦਾ ਤੇ ਸਰਬੱਤ ਖਾਲਸਾ ਹੋਣ ਵੇਲੇ ਫਿਰ ਪੈਰ ਕੰਬ ਗਏ, ਲੱਤਾਂ ਕੰਬ ਗਈਆਂ। ਉਹ ਤੋਂ ਬਾਅਦ ਜਿਹੜਾ ਮਾਫੀਨਾਮਾ ਦਿੱਤਾ ਫਿਰ ਉਹ ਮਾਫੀਨਾਮਾ ਵਾਪਸ ਵੀ ਲੈ ਰਹੇ ਜੀ। ਉਹ ਮਾਫੀਨਾਮਾ ਵਾਪਸ ਲੈ ਕੇ ਇਹ ਕਹਿ ਦਿੱਤਾ ਜੀ ਉਹ ਪੰਥ ਦੇ ਵਿੱਚੋਂ ਸ਼ੇਖ ਸਾਹਿਬ ਹੈ। ਪਰ ਚੱਬੇ ਦੇ ਵਿੱਚ ਜਿਹੜੇ ਲੋਕ ਇਕੱਠੇ ਹੁੰਦੇ ਉਹ ਤਿੰਨੇ ਜਿਹੜੇ ਸਿੰਘ ਸਾਹਿਬਾਨ ਆ ਪੰਜਾਬ ਵਾਲੇ ਉਹਨਾਂ ਨੂੰ ਬਦਲ ਦਿੰਦੇ ਜੀ। ਹੁਣ ਜਿੱਥੇ ਜਿਸ ਥਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਇਹ ਗੱਲ ਤਾਂ ਕਹਿਤੀ ਕਿ ਜੀ ਇਹ ਤਾਂ ਬਹੁਤ ਸਮਾਜ ਦੇ ਵਿੱਚ ਦੁਫੇੜ ਪੈਦਾ ਕਰਦੇ ਹੈ, ਕਿਸਾਨ ਅੰਦੋਲਨ ਨੂੰ ਇਹ ਖਤਰਾ ਪੈਦਾ ਕਰਦੇ। ਇਹਨਾਂ ਨੂੰ ਜਿਹੜਾ ਹੈਗਾ ਡੇਰੇ ਸਰਸੇ ਦਾ ਪੱਕੇ ਤੌਰ ਦੇ ਉੱਤੇ ਉਹਦਾ ਜਿਹੜਾ ਉਹਦੇ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਜੀ। ਸਵਾਲ ਇਹ ਪਾਬੰਦੀ ਦੀ ਤੁਸੀਂ ਤਾਂ ਗੱਲ ਕਰਦੀ ਹੈ, ਤੁਹਾਡੇ ਪੂਰਵਜ ਤੁਹਾਥੋਂ ਪਹਿਲੇ ਨੇ ਜੋ ਗੱਲ ਕੀਤੀ ਹੈ ਜਥੇਦਾਰ ਸਾਹਿਬ, ਪਹਿਲਾਂ ਉਹਨਾਂ ਦੇ ਰੋਲ ਨੂੰ ਡਿਸਕਸ ਤਾਂ ਕਰ ਲਓ। ਬਿਲਕੁਲ ਉਹਨਾਂ ਦੇ ਤੁਸੀਂ ਇਹ ਤਾਂ ਦੇਖੋ ਕਿ ਸਾਡੇ 'ਚ ਗੜਬੜ ਕਿੱਥੇ ਹੈ ਜਦੋਂ ਅਸੀਂ ਆਪ ਅਲਾਓ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਕਾ ਜੀ, ਜਿਹੜੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵੇ ਉਹ ਅਕਾਲੀ ਦਲ ਦੇ ਵੀ ਸਰਵੇ ਇੱਕ ਪਰਿਵਾਰਕ ਪਾਰਟੀ ਬਣ ਗਈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਡੀ ਨਿਯੁਕਤੀ ਕੀਤੀ ਹੈ ਐਕਟਿੰਗ ਦੀ, ਪਰਮਾਨੈਂਟ ਤੁਹਾਨੂੰ ਕੀਤਾ ਨਹੀਂ ਗਿਆ। ਤੁਸੀਂ ਇੱਕ ਕੌਮ ਦੇ ਜਥੇਦਾਰ ਵਜੋਂ ਇਹ ਤਾਂ ਗੱਲ ਕਹਿਤੀ ਕਿ ਹੋਣਾ ਚਾਹੀਦਾ ਹੈ, ਲੇਕਿਨ ਕੌਮ ਤੁਹਾਥੋਂ ਵੀ ਇਹ ਡਿਮਾਂਡ ਕਰਦੀ ਹੈ, ਤੁਹਾਥੋਂ ਇਹ ਡਿਮਾਂਡ ਕਰਦੀ ਹੈ ਕਿ ਘੱਟੋ ਘੱਟ ਤੁਸੀਂ ਇਹਦਾ ਵਿਸ਼ਲੇਸ਼ਣ ਤਾਂ ਕਰੋ ਜੀ। ਜਿਹੜਾ ਕਸੂਰਵਾਰਾਂ ਨੂੰ ਕਸੂਰਵਾਰ ਤਾਂ ਕਹੋ। ਜੇ ਪੋਲੀਟੀਕਲ ਲੀਡਰਸ਼ਿਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਇਹ ਹੁਕਮ ਦਿੱਤਾ ਹੈ ਤਾਂ ਪੋਲੀਟੀਕਲ ਲੀਡਰਸ਼ਿਪ ਨੇ ਕਿੱਡਾ ਵੱਜਰ ਗੁਨਾਹ ਕੀਤਾ ਹੈ ਜੀ। ਉਸ ਵੱਜਰ ਗੁਨਾਹ ਦਾ ਤੁਸੀਂ ਕੀ ਸਜ਼ਾ ਕੀ? ਆਪਾਂ ਬਾਕੀਆਂ ਦੇ ਤਾਂ ਗੱਲ ਸਾਫਾ ਪਾ ਲੈਣੇ ਚ ਕੋਈ ਛੋਟੀ ਗੱਲ ਹੈ। 91 ਲੱਖ ਰੁਪਏ ਬਰਬਾਦ ਕਰਤੀ। ਬਿਲਕੁਲ 91 ਲੱਖ ਬਰਬਾਦ 91 ਲੱਖ ਨਾਲ ਪਤਾ ਨਹੀਂ ਕੀ ਕੁਝ ਬਣਦਾ। ਜਿਹੜੇ ਬੰਦੇ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰੀਕੇਬਾਜ਼ੀ ਕੀਤੀ ਹੈ ਉਹਨੂੰ ਤੁਸੀਂ ਮਾਫ ਕਰਾਈ ਜਾਂਦੇ ਹੋ, ਕੋਈ ਛੋਟਾ ਗੁਨਾਹ ਹੈ? ਕੋਈ ਛੋਟਾ ਗੁਨਾਹ ਨਹੀਂ ਇਹਦੇ ਤੇ। ਹੁਣ ਤੁਸੀਂ ਆਪਾਂ ਕਹਿ ਦਿਓ ਜੀ ਇਹਦਾ ਕਰ ਦਿਓ ਜੀ ਇਹਦਾ ਕਰ ਦਿਓ। ਮੈਂ ਕਹਿੰਦਾ ਇਹਦੇ ਨਾਲੋਂ ਤਾਂ ਲੰਗਿਆਂ ਨੇ ਪਿੰਡ ਦੇ ਲੋਕ ਚੰਗੇ ਰਹੇ। ਬਿਲਕੁਲ, ਜਿਨ੍ਹਾਂ ਨੇ ਬਾਈਕਾਟ ਕਰ। ਹਾਲਾਂਕਿ ਉਹ ਪਰਮਜੀਤ ਸਿੰਘ ਜੀ ਨੇ ਇਹ ਬੱਜਰ ਗੁਨਾਹ ਕੀਤਾ ਹੈ ਤਖਤ ਸਾਹਿਬ ਦੇ ਉੱਤੇ। ਉਹਦੇ ਪਰਿਵਾਰ ਨੂੰ ਛੱਡ ਕੇ ਗਿਆ ਨੂੰ ਲੰਗਿਆਣਾ ਪਿੰਡ 4 ਦਹਾਕੇ ਹੋ ਗਏ, 40 ਸਾਲ ਹੋ ਗਏ। 40 ਸਾਲ ਉਹਨਾਂ ਨੂੰ ਛੱਡ ਕੇ ਗਿਆ ਨੂੰ ਹੋ ਗਏ ਹੈ, ਔਰ ਉਸ ਪਿੰਡ ਦੇ ਵਿੱਚ ਉਹਨਾਂ ਦੀ 15 ਕਿੱਲੇ ਜ਼ਮੀਨ ਪਈ ਹੈ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਗੁਰੂ ਘਰ ਦੇ ਵਿੱਚ ਫੈਸਲਾ ਕਰ ਲਿਆ ਜੀ ਅਸੀਂ ਇਹਨਾਂ ਦਾ ਸਮਾਜਿਕ ਬਾਈਕਾਟ ਕਰਦੇ ਹਾਂ। ਕੱਲਾ ਸਮਾਜਿਕ ਬਾਈਕਾਟ ਨਹੀਂ ਕਰਨ ਦੀ ਗੱਲ ਕੀਤੀ ਉਹਨਾਂ ਨੇ, ਨਾਲ ਅਗਲੀ ਗੱਲ ਵੀ ਕਹਿ ਦਿੱਤੀ ਹੈ ਜੀ ਕਿ ਉਹਨਾਂ ਦੀ 15 ਕਿੱਲੇ ਜ਼ਮੀਨ ਕੋਈ ਵੀ ਬੰਦਾ ਠੇਕੇ ਹਿੱਸੇ ਤੇ ਨਹੀਂ ਲਊਗਾ। ਇਹਦਾ ਮਤਲਬ ਕਿ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਹੈ, ਸਾਡੀ ਪੋਲੀਟੀਕਲ ਲੀਡਰਸ਼ਿਪ ਹੈ, ਉਸ ਪੋਲੀਟੀਕਲ ਲੀਡਰਸ਼ਿਪ ਦੇ ਨਾਲੋਂ ਸੰਗਤ ਜਿਹੜੀ ਗੁਰੂ ਨੇ ਕਿਹਾ ਸੀ ਕਿ ਸੰਗਤ 21 ਵਿਸਵੇ ਤੇ ਗੁਰੂ 20 ਵਿਸਵੇ, ਉਹ 21 ਵਿਸਵੇ ਵਾਲੀ ਸੰਗਤ ਨੇ ਜਿਹੜਾ 21 ਵਿਸਵੇ ਵਾਲਾ ਫੈਸਲਾ ਕੀਤਾ। ਸਿੰਘ ਸਾਹਿਬ ਬੇਨਤੀ ਹੈ, ਸਨਿਮਰ ਬੇਨਤੀ ਹੈ, ਤੁਹਾਡੇ ਪੈਰਾਂ ਦੇ ਵਿੱਚ ਬੇਨਤੀ ਹੈ, ਪੈਰੀਂ ਹੱਥ ਲਾਉਣੇ। ਕਿਰਪਾ ਕਰਕੇ ਜੇ ਤੁਸੀਂ ਸਿਆਣੇ ਬੰਦੇ ਹੋ, ਤੁਸੀਂ PhD ਕੀਤੀ ਹੈ ਜਾਂ ਤੁਹਾਡੀ PhD ਮੁਕੰਮਲ ਹੋ ਗਈ ਹੈ, ਘੱਟੋ ਘੱਟ ਸਾਰਾ ਕੁਝ ਹੋ ਵਾਪਰ ਕਿਉਂ ਰਿਹਾ? ਕੱਲ ਨੂੰ ਕੋਈ ਹੋਰ ਸ਼ਰੀਕ ਪੈਦਾ ਹੋ ਜਾਊਗਾ ਗੁਰੂ ਗੋਬਿੰਦ ਸਿੰਘ ਦਾ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਹੋ ਜੂ। ਇਹਦੇ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਕਿਉਂ ਨਹੀਂ ਇਹਦੇ ਤੇ ਗੱਲ ਕਿਉਂ ਨਹੀਂ ਕਰਦੇ? ਕਰੋ ਪੜਤਾਲ, ਕਰੋ ਪੜਚੋਲ। ਜਿਹੜਾ ਗੁਨਾਹਗਾਰ ਹੈ ਉਹਨੂੰ ਨੰਗਾ ਕਰੋ, ਬਿਲਕੁਲ ਨੰਗਾ ਕਰੋ। ਇਸ ਕਰਕੇ ਕਿ ਕਿਸੇ ਹੋਰ ਨੂੰ ਕਹਿ ਦੇਣਾ ਸ਼ੀਸ਼ੇ ਦੇ ਮਹਿਲ ਦੇ ਵਿੱਚ ਬੈਠ ਕੇ ਦੂਜਿਆਂ ਦੇ ਡਲੇ ਮਾਰ ਰਹੇ ਸ਼ੋਭਾ ਨਹੀਂ ਦਾ। ਆਪਣਾ ਘਰ ਵੀ ਪੜਤਾਲ ਕੀਤਾ, ਅਸੀਂ ਆਪਣਾ ਘਰ ਪੈਦਾ ਹੋਏ। ਉਹਨਾਂ ਦੀ ਜ਼ਰੂਰਤ ਕਿਵੇਂ ਪੈਦਾ ਹੋਈ? ਉਹਨਾਂ ਦੀ ਜ਼ਰੂਰਤ ਕਿਵੇਂ ਪੈਦਾ ਹੋਈ? ਇਹਨੇ ਕੀਤੀ ਕਿਨੇ ਪੈਦਾ? ਦਾਨੇ ਵਾਲੀਆ ਸਾਹਿਬ ਇੱਥੇ ਨਹੀਂ ਗੱਲ, ਅਸੀਂ ਤਾਂ ਚਸ਼ਮਦੀਦ ਗਵਾਹ, ਅਸੀਂ ਸਾਰਾ ਕੁਝ ਦੇਖਦੇ ਰਹੇ ਹਾਂ। ਜਿਸ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਜੀ, ਉਹਦੇ ਖਿਲਾਫ FIR ਦਰਜ ਹੁੰਦੀ ਹੈ। ਉਸ FIR ਨੂੰ ਕੁਐਸ਼ ਕਰਾਉਣ ਵਾਸਤੇ ਡੇਰਾ ਮੁਖੀ ਹਾਈ ਕੋਰਟ ਜਾਂਦਾ ਹੈ ਜੀ। ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੋਟਿਸ ਦਿੰਦੀ ਹੈ ਪੰਜਾਬ ਸਰਕਾਰ ਨੂੰ। ਵੇਲੇ ਦਾ SSP IPS ਅਫਸਰ ਨੌ ਨਿਹਾਲ ਸਿੰਘ, ਜਿਹੜਾ ਅੱਜ ਕੱਲ੍ਹ ਕਮਿਸ਼ਨਰ ਹੈ ਲੁਧਿਆਣੇ ਦਾ, ਨੌ ਨਿਹਾਲ ਸਿੰਘ ਜਾ ਕੇ ਹਾਈ ਕੋਰਟ ਦੇ ਵਿੱਚ ਇੱਕ ਐਫੀਡੈਵਿਟ ਦਾਇਰ ਕਰਦਾ। ਕੀ ਕਹਿੰਦਾ ਹੈ? ਉਹ ਕਹਿੰਦਾ ਜੀ ਸਾਡੇ ਕੋਲੇ ਸਫੀਸ਼ੀਐਂਟ ਐਵੀਡੈਂਸ ਹੈ ਮੁਕੱਦਮਾ ਚਲਾਉਣ ਵਾਸਤੇ, ਔਰ ਇਹਦੇ ਤੇ ਮੁਕੱਦਮਾ ਚਲਾਓ ਜੀ। ਇਹ ਚੱਲਣਾ ਚਾਹੀਦਾ। ਮਾਨਯੋਗ ਹਾਈ ਕੋਰਟ ਨੇ ਕਹਿੰਦਾ ਠੀਕ, ਮੁਕੱਦਮਾ ਚੱਲਣਾ ਚਾਹੀਦਾ।
ਫਿਰ ਤੁਸੀਂ ਇਹ ਦੇਖੋ ਕਿ 2012 ਦੀਆਂ ਚੋਣਾਂ ਤੋਂ 4-5 ਦਿਨ ਪਹਿਲਾਂ 4-5 ਦਿਨ ਪਹਿਲਾਂ ਥਾਣਾ ਕੋਤਵਾਲੀ ਦਾ SHO CGM ਦੀ ਕੋਰਟ ਦੇ ਵਿੱਚ ਆ ਕੇ ਇੱਕ ਐਪਲੀਕੇਸ਼ਨ ਦਾਇਰ ਕਰਦਾ ਹੈ ਵੀ ਇਹ ਰੱਦ ਕੀਤਾ। ਨਹੀਂ ਰੱਦ ਨਹੀਂ ਕੀਤਾ ਜਾਵੇ। ਜਿੱਡਾ ਬੱਜਰ ਗੁਨਾਹ ਉਹ ਕੀਤਾ, ਪੰਥਕ ਸਰਕਾਰ ਹੋਵੇ। ਉਹ ਕਹਿੰਦਾ ਜੀ ਡੇਰਾ ਮੁਖੀ ਤਾਂ ਉਸ ਦਿਨ ਸਲਾਬਤਪੁਰੇ ਹੈ ਹੀ ਨਹੀਂ ਸੀ। ਦੱਸ ਲੈ, ਜਿੱਦਣ ਸਲਾਬਤਪੁਰੇ ਇਹ ਸਾਰਾ ਕੁਝ ਹੋਇਆ, ਕਹਿੰਦਾ ਡੇਰਾ ਮੁਖੀ ਤਾਂ ਸਲਾਬਤਪੁਰੇ ਹੈ ਹੀ ਨਹੀਂ ਸੀ। ਮੁੱਦਾ ਹੀ ਗਾਇਬ ਕਰਤਾ। ਐਵੀਡੈਂਸ ਕੀ? ਐਵੀਡੈਂਸ ਕੱਢੋ। 2 ਅਖਬਾਰ ਚੱਕੋ, ਮੈਂ ਨਾਲ ਇਹਨਾਂ 2 ਅਖਬਾਰਾਂ ਦਾ, ਪੰਜਾਬੀ ਦਾ ਅਜੀਤ, ਅੰਗਰੇਜ਼ੀ ਦਾ ਹਿੰਦੁਸਤਾਨ ਟਾਈਮਸ। ਇਹਨਾਂ ਦੋਨਾਂ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੇ ਇਸ਼ਤਿਹਾਰ ਫਰੰਟ ਪੇਜ ਦੇ ਲੱਗੇ ਸੀ, ਜਿੱਥੇ ਡੇਰਾ ਮੁਖੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾ ਕੇ, ਉਹਨਾਂ ਵਰਗੀ ਪੁਸ਼ਾਕ ਪਾ ਕੇ, ਉਹ ਆਪਣੇ ਜਿਹੜੇ ਅਨੁਆਈ ਹੈ ਉਹਨਾਂ ਅਨੁਆਈਆਂ ਨੂੰ ਰੂਹ ਅਫਜ਼ਾ ਪਿਲਾਉਂਦਾ ਤੇ ਉਹਨਾਂ ਨੂੰ ਕਹਿੰਦਾ ਇਨਸਾਨ ਬਣ ਗਏ, ਜਿਵੇਂ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾ ਕੇ ਸਿੰਘ ਸਾਜੇ ਸੀ। ਇਹ ਸਾਰਾ ਕੁਝ ਤਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਪਏ। ਉਹ ਇਸ਼ਤਿਹਾਰ ਤੁਸੀਂ ਕਿਉਂ ਨਹੀਂ ਇਕੱਤਰ ਕੀਤੇ? ਤੁਸੀਂ ਜਿਹੜੀ ਹੈਗੀ ਹੈ ਇਕੱਤਰ ਕੀਤੇ ਇਹਨਾਂ ਨੇ ਜੀ ਮੈਥੋਂ ਲੈ ਕੇ ਗਏ ਪੁਲਿਸ ਵਾਲੇ। ਉੱਥੇ ਤੁਸੀਂ ਉਹ ਕੜਾਹਾ ਵੀ ਬਰਾਮਦ ਕੀਤਾ ਜਿਹਦੇ ਵਿੱਚ ਰੂਹ ਅਫਜ਼ਾ ਬਣਾਇਆ ਸੀ। ਉਹ ਪੁਸ਼ਾਕ ਵੀ ਕਬਜ਼ੇ ਦੇ ਵਿੱਚ ਲਈ ਹੈ ਜੀ। ਤੇ ਫਿਰ ਡੇਰਾ ਮੁਖੀ ਹੈ ਕਿ ਨਹੀਂ ਸੀ ਉੱਥੇ? ਤੁਸੀਂ ਇਸ ਤਰ੍ਹਾਂ ਦਾ ਗੱਲ ਕਰਦੇ ਹੋ। ਅਗਲੀ ਗੱਲ ਜੀ, ਜਿਹੜੀ ਕੈਂਸਲੇਸ਼ਨ ਰਿਪੋਰਟ ਇਹਨਾਂ ਨੇ ਪੇਸ਼ ਕਰਤੀ, ਮੁਕੱਦਮਾ ਵਾਪਸ ਲੈਣਾ। ਅਦਾਲਤ ਦੇ ਵਿੱਚ ਕੁਝ ਹੋਰ ਬੰਦੇ ਖੜੇ ਹੋ ਗਏ ਆ ਕੇ। ਉਹਨਾਂ ਨੇ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਇੰਜਰਡ ਹੋ ਗਈਆਂ, ਇਕੱਲੇ ਮੁਦਈ ਦੀਆਂ ਨਹੀਂ, ਭਾਵਨਾਵਾਂ ਇੰਜਰਡ ਹੋ ਗਈਆਂ। ਮੁਦਈ ਦਾ ਇੱਕ ਝੂਠਾ ਐਫੀਡੇਵਿਟ ਵੀ ਲਾਤਾ ਸੀ, ਉਹ ਵੀ ਚੱਕ ਕੇ ਲਾਤਾ ਸੀ। ਉਹਨੇ ਮੁੜ ਕੇ ਹਾਈ ਕੋਰਟ 'ਚ ਕਿਹਾ ਮੇਰਾ ਤਾਂ ਐਫੀਡੇਵਿਟ, ਮੇਰੇ ਤਾਂ ਦਸਖਤ ਹੀ ਹੈ ਨਹੀਂ। ਰਜਿੰਦਰ ਸਿੰਘ ਸਿੱਧੂ ਦੀਆਂ ਭਾਵਨਾਵਾਂ ਨਹੀਂ, ਉਹ ਕਹਿੰਦੇ ਸਾਡੀਆਂ ਭਾਵਨਾਵਾਂ ਵੀ ਹੈ। ਉਹਦੇ ਵਿੱਚ ਦਲ ਖਾਲਸਾ ਵਾਲਾ ਬਾਬਾ ਹਰਦੀਪ ਸਿੰਘ ਹੈ, ਉਹ ਵੀ ਕਹਿੰਦਾ ਉਹਦੇ ਵਿੱਚ ਆਪਣਾ ਮਿਸਟਰ ਮੰਝਪੁਰ ਹੈ, ਜਿਹੜੇ ਆਪਣੇ ਤੁਹਾਡੇ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਹੈ। ਉਹਨਾਂ ਨੇ ਆ ਕੇ ਕਹਿਤਾ ਜਿਹੜੇ ਖਾਲਸਾ ਜੀ ਇੱਥੇ ਲੱਗੇ ਹੋਏ ਸੀਗੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਉਹਨਾਂ ਨੇ ਇਹਦੀ ਐਪਲੀਕੇਸ਼ਨ ਰੱਦ ਕਰਤੀ ਜੀ। ਉਹ ਤੋਂ ਬਾਅਦ ਉਹ ਜਾਂਦੇ ਆ ਜੀ ਹਾਈ ਕੋਰਟ 'ਚ। ਹਾਈ ਕੋਰਟ ਦੇ ਵਿੱਚ ਜਾ ਕੇ ਉਹ ਫਿਰ ਚੁਣੌਤੀ ਦਿੰਦੇ ਉਹਨੂੰ ਜੀ। ਹਾਈ ਕੋਰਟ ਜਿਹੜੀ ਹਾਈ ਕੋਰਟ ਚੁਣੌਤੀ ਦਿੱਤੀ, ਹਾਈ ਕੋਰਟ ਉਸ ਕੇਸ ਨੂੰ ਰੈਫਰ ਕਰ ਦਿੰਦੀ ਹੈ ਅੱਗੇ। ਪੁੱਛ ਵਿਧਾਨੇ ਵਾਲੀਆਂ ਸਭ ਵੱਡੀਆਂ ਅੱਖਾਂ ਖੁੱਲ੍ਹਦੀਆਂ ਜਦੋਂ ਅਸੀਂ ਪੁਰਾਣਾ ਸਾਰਾ ਸਿਲਸਿਲਾ ਦੇਖਦੇ ਹਾਂ ਜੀ। ਫਿਰ ਉਹ ਸੈਸ਼ਨ ਕੋਰਟ 'ਚ ਆਉਂਦੀ ਹੈ। ਸੈਸ਼ਨ ਕੋਰਟ ਕੌਣ ਹੈ? ਸੈਸ਼ਨ ਜੱਜ ਕੌਣ ਹੈ ਇੱਥੇ? ਤੇਜਬੰਤ ਸਿੰਘ ਜੀ। ਤੇ ਤੇਜਬੰਤ ਸਿੰਘ ਉਹਨੂੰ ਪ੍ਰਵਾਨ ਕਰਦਾ ਹੈ ਕੈਂਸਲੇਸ਼ਨ ਨੂੰ। ਅੱਛਾ ਜੀ। ਉਹਨੇ ਪ੍ਰਵਾਨ ਕੀਤੀ, ਪਰ ਥੋੜੇ ਦਿਨਾਂ ਬਾਅਦ ਤੇਜਬੰਤ ਦੀ ਵਾਈਫ ਰਾਈਟ ਟੂ ਸਰਵਿਸ ਰਾਈਟ ਟੂ ਸਰਵਿਸ ਕਮਿਸ਼ਨ ਬਣਾਇਆ ਸੀ, ਜਿਹੜਾ ਕਮਿਸ਼ਨ ਬਣਾਤਾ ਸੀ ਜੀ। ਤੇ ਰਾਈਟ ਟੂ ਸਰਵਿਸ ਕਮਿਸ਼ਨ ਦੀ ਮੈਂਬਰ ਤੇਜਬੰਤ ਦੀ ਵਾਈਫ ਲਈ ਜਾਂਦੀ ਹੈ। ਕੌਣ ਲਾਉਂਦੀ ਹੈ? ਪੰਥਕ ਸਰਕਾਰ। ਕਿਹਦੇ ਵਾਸਤੇ ਲਾਉਂਦੀ ਹੈ? ਡੇਰੇ ਵਾਲਿਆਂ ਵਾਸਤੇ। ਖਾਲਸਾ ਜੀ ਸਿੰਘ ਸਾਹਿਬ ਬਹੁਤ ਪੜ੍ਹੇ ਲਿਖੇ ਬੰਦੇ ਹੋ, ਵੇਖੋਗਾ ਤੁਸੀਂ ਆ ਕੇ, ਖੋਲੋ ਜਰਾ ਬਈਆਂ ਖੋਲੋ, ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਗੱਲ ਕਰੋ। ਠੀਕ ਹੈ, ਅਸੀਂ ਵੀ ਕਹਿੰਦੇ ਵੀ ਡੇਰੇ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ, ਲੇਕਿਨ ਅਸੀਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਮਾਰੀਏ ਨੇ ਕਿ ਸਾਡੇ ਆਪਦੇ ਕੀ ਕਰਦੇ ਹੈ। ਅਸੀਂ ਆਪਣੇ ਵੋਟਾਂ ਦੀ ਖਾਤਰ ਕੀ ਕੁਛ ਨਹੀਂ ਕੀਤਾ। ਇਹ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਇੱਕ ਵੱਡਾ ਚੈਲੰਜ ਆ ਗਿਆ। ਔਰ ਇਸ ਚੈਲੰਜ ਦਾ ਹੱਲ ਜਿਹੜਾ ਹੈਗਾ, ਸਾਨੂੰ ਪੜ੍ਹੇ ਲਿਖੇ ਸਾਡੇ ਜਿਹੜੇ ਰਹਿਬਰ ਹੈ, ਸਾਡੇ ਧਾਰਮਿਕ ਆਗੂ ਹੈ, ਉਹਨਾਂ ਤੋਂ ਚਾਹੀਦਾ। ਇਕੱਲਾ ਬੈਠ ਕੇ ਤੁਸੀਂ ਇੰਗਲੈਂਡ ਤੋਂ ਆ ਕੇ ਇੱਕ ਬਿਆਨ ਦੇ ਕੇ ਸੁਰਖਰੂ ਨਹੀਂ ਹੋ ਸਕਦੇ। ਬਿਲਕੁਲ ਢਿੱਲੋਂ ਸਾਹਿਬ, ਤੁਹਾਡੀ ਗੱਲ ਹੈ। ਤੇ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ। ਤੇ ਮੇਰੀ ਗੁਜ਼ਾਰਿਸ਼ ਹੈ ਜੀ, ਤੁਸੀਂ ਸਾਰੇ ਜਾਣੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਜੋ ਦੇਖਦੇ ਹੋ ਕਿ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ। ਢਿੱਲੋਂ ਸਾਹਿਬ, ਰਾਕੇਸ਼ ਅਸਥਾਨਾ ਦਾ ਜਦੋਂ ਇਹਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਲਾਇਆ, ਹਜੇ ਵੀ ਅਦਾਲਤਾਂ ਦੇ ਵਿੱਚ ਮਾਮਲੇ ਦੇ ਤੁਰੇ ਫਿਰਦੇ ਨੇ, ਕੀ ਹੈ ਜੀ ਹਜੇ ਤੱਕ ਅਪਡੇਟ? ਦੇਖੋ, ਅਪਡੇਟ ਇਹ ਹੈ, ਮੈਨੂੰ ਲੱਗਦੀ ਵੀ ਉਹਦੀ ਮਿਆਦ ਪੂਰੀ ਹੋ ਜੂਗੀ ਰਾਕੇਸ਼ ਅਸਥਾਨਾ ਦੀ, ਤੇ ਮਾਮਲਾ ਲਮਕਦਾ ਰਹੂਗਾ ਜੀ। ਅਸਲ ਦੇ ਵਿੱਚ ਹੋਇਆ ਕੀ? ਰਾਕੇਸ਼ ਅਸਥਾਨਾ ਹੈ ਕੌਣ ਜੀ? ਗੁਜਰਾਤ ਕੈਡਰ ਦਾ ਇੱਕ IPS ਅਫਸਰ ਹੈ। ਜਦੋਂ ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਆ ਗਏ ਜੀ, ਉਹਨਾਂ ਦੇ ਨਾਲ ਹੀ ਉਹਨਾਂ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਹੈ ਜਿਹੜੇ ਅਮਿਤ ਸ਼ਾਹ ਜੀ, ਉਹ ਵੀ ਆ ਗਏ। ਅਮਿਤ ਸ਼ਾਹ ਜੀ ਪਾਰਟੀ ਦੇ ਪ੍ਰੈਜ਼ੀਡੈਂਟ ਬਣ ਗਏ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ। ਨਾਲ ਫਿਰ ਇੱਕ ਟੀਮ ਲੈ ਕੇ ਆਏ ਸੀ ਗੁਜਰਾਤ ਦੇ ਵਿੱਚੋਂ ਅਫਸਰਾਂ ਦੀ। ਉਸ ਟੀਮ ਦਾ ਇੱਕ ਮੈਂਬਰ ਸੀ ਰਾਕੇਸ਼ ਅਸਥਾਨਾ ਜੀ। ਤੁਸ਼ਾਰ ਮਹਿਤਾ ਸੋਲਿਸਿਟਰ ਜਨਰਲ ਜੀ ਦਾ ਬੜਾ ਜ਼ਿਕਰ ਆਉਂਦਾ ਅੱਜ ਕੱਲ੍ਹ ਅਖਬਾਰਾਂ 'ਚ, ਇਹ ਵੀ ਗੁਜਰਾਤ ਤੋਂ ਗਿਆ ਸੀ। ਇਹ ਗੁਜਰਾਤ ਕਾਡਰ ਹੀ ਹੈ, ਇਹ ਵੀ ਗੁਜਰਾਤ ਕਾਡਰ। ਉਹ ਬੰਦੇ ਨੂੰ ਚੰਗੀਆਂ ਪੋਜੀਸ਼ਨਾਂ ਤੇ ਲਾਇਆ ਜੀ। ਉਹ ਬੰਦੇ ਨੂੰ CBI ਚਲਾਤਾ। ਰਾਕੇਸ਼ ਅਸਥਾਨਾ ਨੂੰ CBI ਦਾ ਜਿਹੜਾ ਵੇਲੇ ਦਾ ਚੀਫ ਸੀ, ਉਹਦੇ ਨਾਲ ਅੜਾਉਣੀ ਪੈ ਗਈ ਜੀ। ਇਲਜ਼ਾਮ ਇਹ ਲੱਗੇ ਕਿ ਬੰਦੇ ਨੇ ਕਰਪਸ਼ਨ ਕੀਤੀ ਹੈ। ਇਹਦੇ ਖਿਲਾਫ ਕੇਸ ਰਜਿਸਟਰ ਹੋ ਗਿਆ। ਉਧਰੋਂ ਮਾਮਲਾ
ਵੱਡੇ ਦਰਬਾਰ ਪਹੁੰਚ ਗਿਆ ਜੀ। ਵੱਡੇ ਦਰਬਾਰ ਦੇ ਵਿੱਚੋਂ ਦੋਨਾਂ ਦੇ ਮਾਮਲੇ 'ਚ ਦੋਨਾਂ ਦੀ ਬਦਲੀ ਕਰਤੀ। ਅੱਛਾ ਜੀ। ਦੋਨਾਂ ਦੀ ਬਦਲੀ ਕਰਤੀ। ਔਰ ਹੁਣ ਕਹਿਣ ਵਾਲੇ ਤਾਂ ਇਹ ਕਹਿੰਦੇ ਆ ਕਿ ਜਿਹੜਾ ਰਫੇਲ ਵਾਲਾ ਸਮਝੌਤਾ ਹੋਇਆ ਸੀ, ਬਿਲਕੁਲ, ਹਾਂਜੀ, ਜਿਹੜਾ ਫਰਾਂਸ ਨਾਲ ਇੱਕ ਐਗਰੀਮੈਂਟ ਕੀਤਾ ਸੀ, ਲੈਣ ਦੇਣ ਹੋਇਆ, ਉਸ ਐਗਰੀਮੈਂਟ ਦੇ ਵਿੱਚ ਲੈਣ ਦੇਣ ਹੋਇਆ ਸੀ। ਔਰ ਮਿਸਟਰ ਪ੍ਰਸ਼ਾਂਤ ਭੂਸ਼ਣ, ਜਸਵੰਤ ਸਿਨਹਾ, ਅਰਨ ਸ਼ੌਰੀ ਜੀ, ਇਹਨਾਂ ਨੇ ਇੱਕ ਕੰਪਲੇਂਟ ਦਿੱਤੀ ਸੀ ਵੇਲੇ ਦੇ CBI ਚੀਫ ਨੂੰ ਜੀ ਕਿ ਸ਼੍ਰੀਮਾਨ ਜੀ ਇਹਦੇ ਵਿੱਚੋਂ ਕਰਪਸ਼ਨ ਦੀ ਬਦਬੂ ਮਾਰਦੀ ਹੈ, ਇਹਦੀ ਪੜਤਾਲ ਕਰ ਲਓ। ਕਹਿੰਦੇ ਪੜਤਾਲ ਸ਼ੁਰੂ ਕਰਨ ਵਾਲਾ ਸੀ ਉਸ ਵੇਲੇ ਦਾ ਜਿਹੜਾ CBI ਦਾ ਚੀਫ ਸੀ, ਤੇ ਉਹਨੂੰ ਬਦਲਤਾ, ਇਹਨੂੰ ਬਦਲਤਾ, ਇਹਨਾਂ ਨੂੰ ਬਦਲ ਤੋਂ ਬਾਅਦ ਉਹ ਤੋਂ ਬਾਅਦ ਦੇ ਵਿੱਚ ਫਿਰ ਉਹਨੇ ਕਹਿਤਾ ਜੀ ਮੇਰੀ ਤਾਂ ਟਾਈਮ ਹੋ ਗਿਆ ਪੂਰਾ ਰਿਟਾਇਰਮੈਂਟ ਦਾ, ਮੈਨੂੰ ਸੇਵਾ ਮੁਕਤ ਕਰ ਦਿਓ। ਉਹਨੂੰ ਸੇਵਾ ਮੁਕਤ ਨਹੀਂ ਕੀਤਾ। ਹੁਣ ਵੀ ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਦੀ ਕਾਰਵਾਈ ਚੱਲ ਰਹੀ ਹੈ ਕਿ ਤੈਨੂੰ ਜਿਹੜੇ ਨਵੇਂ ਥਾਂ ਦੇ ਉੱਤੇ ਨਿਯੁਕਤ ਕੀਤਾ ਸੀ ਤੂੰ ਉੱਥੇ ਜੁਆਇਨ ਕਿਉਂ ਨਹੀਂ ਕੀਤਾ, ਉਹਦੀ ਇਹ ਗੱਲ ਕੀਤੀ ਹੈ। ਰਕੇਸ਼ ਅਸਥਾਨਾ ਸਾਹਿਬ ਫਿਰਦੇ ਤੁਰਦੇ ਇੱਧਰ ਉੱਧਰ ਵੱਖ-ਵੱਖ ਥਾਵਾਂ 'ਤੇ ਹੁੰਦੇ ਹੋਏ ਪਿਛਲੇ ਦਿਨਾਂ ਦੇ ਵਿੱਚ CBI ਦੇ ਚੀਫ ਦੀ ਫਿਰ ਚੋਣ ਹੋਣੀ ਸੀ ਜੀ। ਔਰ ਉਹ ਜੋ ਚੋਣ ਹੋਣੀ ਸੀ ਉੱਥੇ ਜਿਹੜੀ ਅਫਸਰਾਂ ਦੀ ਇੱਕ ਲਿਸਟ ਪੇਸ਼ ਕੀਤੀ ਗਈ, ਉਹਦੇ ਵਿੱਚ ਰਕੇਸ਼ ਅਸਥਾਨਾ ਦਾ ਨਾਮ ਵੀ ਆ ਗਿਆ, ਮੂਹਰੇ ਕਰਤਾ। ਕੁਝ ਹੋਰ ਬੰਦੇ ਦੇ ਨਾਮ ਵੀ ਮੂਹਰੇ ਕਰਤੇ। ਜਿਹੜੀ ਉਹ ਸਰਚ ਕਮੇਟੀ ਸੀ ਜੀ, ਸਰਚ ਕਮੇਟੀ ਦੇ 3 ਮੈਂਬਰ ਹੁੰਦੇ ਆ। ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਕੀਤੀ। ਇੱਕ ਪ੍ਰਾਈਮ ਮਿਨਿਸਟਰ, ਇੱਕ ਜਿਹੜੇ ਹੈਗੇ ਆ ਚੀਫ ਜਸਟਿਸ ਆਫ ਇੰਡੀਆ, ਦੂਸਰੇ ਜਿਹੜੇ ਹੈਗੇ ਵਿਰੋਧੀ ਧਿਰ ਦੇ ਆਗੂ। ਜੇ ਵਿਰੋਧੀ ਧਿਰ ਹੈ ਨਹੀਂ ਤਾਂ ਜਿਹੜੀ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਉਹਦਾ ਲੀਡਰ ਜੀ। 3 ਬੰਦੇ ਜਿਹੜੇ ਹੈ ਉਹਦੇ ਮੈਂਬਰ ਹੈ। ਜੇ ਆਪਾਂ ਪ੍ਰਧਾਨ ਮੰਤਰੀ ਸਾਹਿਬ ਹੋ ਗਏ, ਸਾਡੇ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਰਮਨਾ ਸਾਹਿਬ, ਇਹ ਮੈਂਬਰ ਹੋ ਗਏ। ਤੀਸਰੇ ਮਿਸਟਰ ਅਧੀਰ ਰੰਜਨ ਚੌਧਰੀ ਜਿਹੜੇ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੇ ਵਿੱਚ ਗਰੁੱਪ ਲੀਡਰ ਹੈ ਉਹ। ਜਦੋਂ ਕਾਗਜ਼ ਚੱਕੇ ਜਸਟਿਸ ਰਮਨਾ ਸਾਹਿਬ ਨੇ ਜੀ, ਉਹਨਾਂ ਨੇ ਦੇਖਿਆ, ਕਹਿੰਦੇ ਵੀ ਰਿਟਾਇਰ ਕਦੋਂ ਹੋਣਾ ਹੈ? ਕਹਿੰਦੇ ਤਾਂ ਰਿਟਾਇਰਮੈਂਟ ਦੇ ਵਿੱਚ ਦਿਨ ਹੀ ਕੁਛ ਰਹਿੰਦੇ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਬੰਦਾ ਚੀਫ ਨਹੀਂ ਲੱਗ ਸਕਦਾ, ਰਿਟਾਇਰਮੈਂਟ ਦੇ ਵਿੱਚ ਸਮਾਂ ਹੀ ਥੋੜ੍ਹਾ ਰਹਿੰਦਾ ਜੀ ਜੀ, ਇਹ ਬੰਦੇ ਨੂੰ ਅਸੀਂ ਚੀਫ ਲਾ ਕੇ ਕੀ ਕਰਾਂਗੇ? ਕਿਉਂਕਿ ਘੱਟੋ ਘੱਟ ਬੰਦੇ ਦੀ ਰਿਟਾਇਰਮੈਂਟ ਦੇ ਵਿੱਚ 6 ਮਹੀਨੇ ਹੋਣੇ ਚਾਹੀਦੇ। 6 ਮਹੀਨੇ ਤੋਂ ਵੱਧ ਦਾ ਟਾਈਮ ਹੋਣਾ ਚਾਹੀਦਾ, ਘੱਟ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਹਿਤਾ ਜੀ ਨਹੀਂ, ਇਹ ਨਹੀਂ, ਇਗਨੋਰ ਕਰਤਾ, ਉੱਥੋਂ ਰਹਿ ਗਿਆ। ਉਹ ਤੋਂ ਬਾਅਦ ਕੋਈ ਨਵਾਂ ਬੰਦਾ CBI ਦਾ ਚੀਫ ਲੱਗ ਗਿਆ, ਕਿਉਂਕਿ ਇਗਨੋਰ ਨੇ ਜੋ ਕੁਛ ਰਮਨਾ ਸਾਹਿਬ ਨੇ ਕਿਹਾ ਤਾਇਦ ਕਰ ਦਿੱਤੀ। ਅਧੀਰ ਰੰਜਨ ਚੌਧਰੀ ਨੇ ਪ੍ਰਾਈਮ ਮਿਨਿਸਟਰ ਇਕੱਲੇ ਰਹਿ ਗਏ। ਪ੍ਰਾਈਮ ਮਿਨਿਸਟਰ ਉਸ ਤਰ੍ਹਾਂ ਤਾਂ ਕਰ ਨਹੀਂ ਸਕਦੇ ਸੀ। ਬਾਅਦ ਦੇ ਵਿੱਚ ਕੀ ਹੋਇਆ ਕਿ ਮਿਸਟਰ ਰਕੇਸ਼ ਅਸਥਾਨਾ ਨੂੰ ਦਿੱਲੀ ਪੁਲਿਸ ਦਾ ਕਮਿਸ਼ਨਰ ਲਾਤਾ ਜੀ। ਤੇ ਦਿੱਲੀ ਪੁਲਿਸ ਦਾ ਕਮਿਸ਼ਨਰ ਜਿੱਦੇ ਲਾਇਆ ਉਹਦੇ ਰਿਟਾਇਰਮੈਂਟ 'ਚ ਕਾਇ ਦਿਨ ਰਹਿੰਦੇ ਸੀ? ਸਿਰਫ 4 ਦਿਨ ਪਹਿਲਾਂ ਲਾਤਾ। ਨਾਲੇ ਉਹਨੂੰ ਕਮਿਸ਼ਨਰ ਲਾਤਾ, ਨਾਲ ਜਿਹੜੀ ਹੈਗੀ ਹੈ ਉਹਦੀ ਸਰਵਿਸ ਦੇ ਵਿੱਚ 1 ਸਾਲ ਦਾ ਵਾਧਾ ਕਰਤਾ। ਹੁਣ ਜਿਹੜਾ ਬੰਦਾ CBI ਦਾ ਚੀਫ ਨਹੀਂ ਲੱਗ ਸਕਦਾ, ਇਗਨੋਰ ਕਰ ਦਿੱਤਾ ਸਰਚ ਕਮੇਟੀ ਨੇ, ਉਹ ਬੰਦਾ ਦਿੱਲੀ ਪੁਲਿਸ ਦਾ ਕਮਿਸ਼ਨਰ ਕਿਵੇਂ ਲੱਗ ਗਿਆ? ਉਹੀ ਫਾਰਮੂਲਾ ਉੱਥੇ ਵੀ ਲਾਗੂ ਹੁੰਦਾ ਹੈ। ਉੱਥੇ ਵੀ 6 ਮਹੀਨੇ ਵਾਲੀ ਕੰਡੀਸ਼ਨ ਵਾਲੀ ਜਿਹੜੀ ਗੱਲ ਹੈਗੀ ਹੈ ਉਹ ਲਾਗੂ ਹੁੰਦੀ ਹੈ। ਪਰ ਕਿਉਂਕਿ ਕੌਣਾ ਖਿਰਾਣੀ ਅੱਗਾ ਟੱਕ ਉੱਪਰਲਾ ਗੁਜਰਾਤ ਕਾਡਰ, ਗੁਜਰਾਤ ਮਾਡਲ, ਤੇ ਗੁਜਰਾਤ ਮਾਡਲ ਲਾਗੂ ਹੋ ਗਿਆ। ਇਹਨੂੰ ਹੁਣ ਦਿੱਤੀ ਹੋਈ ਹੈ ਚੁਣੌਤੀ ਜੀ। ਇਹ ਚੁਣੌਤੀ ਦਿੱਤੀ ਹੋਈ ਹੈ ਵੀ ਆ ਲਓ ਜੀ ਅਦਾਲਤ ਦੇ ਵਿੱਚ ਇਹਨੂੰ, ਇਹ ਤਾਂ ਬਹੁਤ ਗਲਤ ਹੈ ਕੰਮ। ਲੰਬਾ ਸਮਾਂ ਤਾਂ ਜੀ ਉਹਦਾ ਜਵਾਬ ਹੀ ਨਹੀਂ ਦਿੱਤਾ। ਫਿਰ ਜਿਹੜਾ ਹੈਗਾ ਮਾਮਲਾ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਦੇ ਵਿੱਚ ਹੀ ਗਿਆ ਹੋਇਆ ਸੀ ਪਹਿਲਾਂ, ਫਿਰ ਕਿਸੇ ਨੇ ਥੱਲੇ ਪਹਿਲਾਂ ਹਾਈ ਕੋਰਟ 'ਚ ਕਰਤਾ, ਮਗਰੋਂ ਹਾਈ ਕੋਰਟ 'ਚ ਕਰਤਾ ਸੀ। ਹਾਈ ਕੋਰਟ ਵਾਲੇ ਸੁਪਰੀਮ ਕੋਰਟ ਨੇ ਕਹਿਤਾ ਛੇਤੀ ਦਾ ਨਿਪਟਾਰਾ ਕਰੋ, ਹਦਾਇਤ ਕਰਤੀ। ਮਾਨਯੋਗ ਹਾਈ ਕੋਰਟ ਨੇ ਕਹਿਤਾ ਜੀ ਆਪਣਾ ਜਵਾਬ ਪੇਸ਼ ਕਰੋ, ਸਾਨੂੰ ਨਹੀਂ ਇਹ ਜਵਾਬ ਆ ਗਿਆ ਜੀ। ਹੁਣ ਇੱਕ ਨਾ ਬਹੁਤ ਵਧੀਆ ਇੱਕ ਸਾਡੇ ਭਾਰਤ ਦੇ ਪ੍ਰਸ਼ਾਸਨ ਦੇ ਵਿੱਚ ਇੱਕ ਬਹੁਤ ਵਧੀਆ ਨੁਕਤਾ ਹੈ ਜੀ। ਉਹ ਨੁਕਤਾ ਹੈ ਕਿ ਜੋ ਵੀ ਕੋਈ ਕੰਮ ਕਰਨਾ ਹੈ, ਚਾਹੇ ਤੁਸੀਂ ਗਲਤ ਫਲਤ ਕਰਨਾ ਹੈ, ਉਹਦੇ 'ਤੇ ਲਿਖ ਦਿਓ ਇਹ ਹੁਕਮ ਜਿਹੜਾ ਹੈ ਪਬਲਿਕ ਹਿੱਤਾਂ ਮੁਤਾਬਕ ਕੀਤਾ, ਪਬਲਿਕ ਇੰਟਰਸਟ ਹਮੇਸ਼ਾ ਪਬਲਿਕ ਇੰਟਰਸਟ, ਜਨਤਕ ਹਿੱਤਾਂ ਮੁਤਾਬਕ ਇਹ ਹੁਕਮ ਜਾਰੀ ਕੀਤਾ ਜਾਂਦਾ ਹੈ। ਕੱਲ ਜੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ, ਅਦਾਲਤ ਜੋ ਜਵਾਬ ਦਿੱਤਾ ਹੈ ਭਾਰਤ ਸਰਕਾਰ ਨੇ, ਉਹ ਕਹਿੰਦੇ ਜੀ ਰਕੇਸ਼ ਅਸਥਾਨਾ ਦੀ ਜਿਹੜੀ ਨਿਯੁਕਤੀ ਕੀਤੀ ਹੈ ਨਾ, ਇਹ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਕੀਤੀ ਹੈ। ਹੁਣ ਜਨਤਕ ਹਿੱਤ ਕੀ ਹੋ ਗਏ? ਕੀ ਰਕੇਸ਼ ਅਸਥਾਨਾ ਤਾਂ 1 ਸਾਲ ਦੀ ਤੁਸੀਂ ਮਿਆਦ ਵਧਾਈ ਹੈ ਜੀ। 1 ਸਾਲ ਬਾਅਦ ਜਦੋਂ ਉਹ ਉਹਨਾਂ ਦਾ ਸਰਵਿਸ ਦੇ ਵਿੱਚ ਹੋਰ ਵਾਧਾ ਨਾ ਹੋ ਸਕਦਾ ਹੋਇਆ, ਜਿਹੜਾ ਸ਼ਖਸ ਉਸ ਵੇਲੇ ਆ ਕੇ ਕਮਿਸ਼ਨਰ ਲੱਗੂਗਾ ਹੁਣ ਨਹੀਂ ਲੱਗ ਸਕਦਾ ਸੀ ਜੀ ਜੀ। ਕੀ ਰਕੇਸ਼ ਅਸਥਾਨਾ ਤੋਂ ਬਗੈਰ ਕੋਈ ਹੋਰ ਭਾਰਤ ਦੇ ਵਿੱਚ ਅਫਸਰ ਹੀ ਹੈ ਨਹੀਂਗਾ? ਕਿਸੇ ਵੀ ਅਫਸਰ ਨੂੰ ਲਾਇਆ ਜਾ ਸਕਦਾ। ਭਾਰਤ ਸਰਕਾਰ ਕੋਲ ਤਾਂ ਬੜੀਆਂ ਪਾਵਰਾਂ ਹੈ ਜੀ ਜੀ, ਕਿਸੇ ਵੀ ਕੈਡਰ ਦੇ ਵਿੱਚ ਤੁਸੀਂ ਕੱਢ ਕੇ ਲਾ ਸਕਦੇ ਹੋ। ਲੇਕਿਨ ਇੱਕ ਬੰਦੇ ਦੇ ਉੱਤੇ ਨਿਰਭਰ ਕਿਉਂ ਕੀਤਾ ਜਾਵੇ? ਪਬਲਿਕ ਹਿੱਤ ਉੱਥੇ ਕਿੱਥੇ ਆ ਗਏ? ਇਹਦਾ ਮਤਲਬ ਪਬਲਿਕ ਹਿੱਤ ਨਹੀਂ, ਜਿਹੜੇ ਇਹ ਸਾਡੇ ਆਪਦੇ ਹਿੱਤ ਹੈ, ਆਪਣੇ ਹਿੱਤਾਂ ਨੂੰ ਪਬਲਿਕ ਹਿੱਤਾਂ ਦਾ ਮਤਲਬ ਜਾਮਾ ਪਵਾ ਕੇ ਹਮੇਸ਼ਾ ਹੀ ਬਸ ਇਹੀ ਹੁੰਦਾ ਕਿਸੇ ਦੇ ਮੋਢੇ ਦੇ ਉੱਤੇ ਕੰਮ ਕਰਨਾ। ਤੇ ਢਿੱਲੋਂ ਸਾਹਿਬ, ਇਹ ਮਿਸਟਰ ਹਰਸ਼ ਮੰਦਰ ਕੌਣ ਨੇ ਜੀ, ਤੇ ਇਹਨਾਂ ਦੇ EDI ਕਿਉਂ ਛਾਪੇਮਾਰੀ ਕਰ ਰਹੀ ਹੈ?
ਹਰਸ਼ਮੰਦਰ ਦੀ ਉਮਰ ਹੈ ਜੀ 66 ਸਾਲ ਜੀ। ਰਿਟਾਇਰਡ IAS ਆਫੀਸਰ ਹੈ। ਹੂੰ। ਆਪਣੇ ਜ਼ਮਾਨੇ ਦੇ ਬੜੇ ਘੈਂਟ ਅਫਸਰ ਰਹੇ ਜੀ। ਔਰ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਪਬਲਿਕ ਲਾਈਫ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਅੱਛਾ ਜੀ। ਜਦੋਂ ਸਾਡੇ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੂੰ। ਉਸ ਵੇਲੇ ਜਿਹੜੇ ਹੈਗੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਇਹ ਵੀ ਨਿਤਰੇ ਸੀ। ਜੀ। ਇਹਨਾਂ ਦੀਆਂ 2-3 NGOs ਚੱਲਦੀਆਂ ਹੂੰ। ਜਿਹੜੀਆਂ ਬੱਚਿਆਂ ਨਾਲ ਸੰਬੰਧਿਤ ਹੈ। ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਉਹ ਕੁਛ ਕਰਦੇ। ਔਰ ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਇਹਨਾਂ ਦੇ CBI ਦੀਆਂ ਰੇਡਾਂ ਆਪਣੀ ED ਦੀਆਂ ਰੇਡਾਂ। ਹਾਂਜੀ। ਇਹ ਰੇਡ ਕੱਲੀ ED ਦੀ ਇਹਦੇ ਨਹੀਂ ਹੋਈ। ਹੂੰ। ਇੱਕ ਤੁਸੀਂ ਨਾਂ ਆਪਾਂ ਹੋਰ ਵੀ ਜਾਣਦੇ ਹਾਂ, ਸਾਡੇ ਮੋਗੇ ਦਾ ਮੁੰਡਾ ਹੈ ਸੂਦ। ਹਾਂ, ਆਪਣਾ ਫਿਲਮੀ ਐਕਟਰ। ਹਾਂਜੀ। ਹਾਂ। ਇਹ ਜਿਹੜਾ ਸੂਦ ਹੈ ਸੋਨੂ ਸੂਦ, ਇਹ ਮੋਗੇ ਦਾ ਮੁੰਡਾ ਹੈ। ਜਦੋਂ ਕਹਿੰਦੇ ਘਰੋਂ ਗਿਆ ਸੀ, ਕੋਈ ਕਹਿੰਦਾ ਇਹਦੇ ਕੋਲ 4000 ਰੁਪਇਆ ਸੀ, ਕੋਈ ਕਹਿੰਦਾ 4500 ਹੈ, ਤੇ ਅਖੀਰ ਇੱਕ ਅਖਬਾਰ ਨੇ ਲਿਖਦਾ ਜੀ ਇਹਦੇ ਕੋਲ 5500 ਰੁਪਇਆ ਸੀ। ਅੱਛਾ ਜੀ। 5500 ਰੁਪਇਆ ਕਹਿਣ ਤੋਂ ਭਾਵ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਪੁਰਾਣੇ ਦਲੀਪ ਕੁਮਾਰ ਵਰਗੇ ਕਹਿੰਦੇ ਹਮ ਤੋਂ 1 ਰੁਪਇਆ ਲੈ ਕੇ ਘਰ ਸੇ ਨਿਕਲੇ, ਇਹਦੇ ਆਪਾਂ 5 ਰੁਪਏ ਮੰਨ ਲਈਏ ਪੁਰਾਣੇ। ਮੰਨ ਲਓ ਤੁਸੀਂ 48 ਸਾਲ ਦੀ ਉਮਰ ਦੇ ਵਿੱਚ ਬੰਦਾ ਇਸ ਵੇਲੇ ਹੈਗਾ। ਇਹ 66 ਸਾਲ ਦੇ ਮੰਦਰ ਸਾਹਿਬ, ਉਹ 48 ਸਾਲ ਦਾ ਹੈ। 48 ਸਾਲ ਦਾ ਬੰਦਾ 4500 ਤੋਂ 5500 ਰੁਪਇਆ ਲੈ ਕੇ 6000 ਲੈ ਕੇ ਘਰੋਂ ਨਿਕਲਦਾ ਹੈ। ਉਹਨੇ ਆਪਣੀ ਕਲਾ ਦੇ ਜ਼ੋਰ ਦਿਖਾਏ ਜੀ। ਉਹਨੇ ਜਾ ਕੇ ਜਿਹੜਾ ਹੈਗਾ ਬੰਬੇ ਦੇ ਵਿੱਚ ਆਪਣਾ ਇੱਕ ਮੁਕਾਮ ਬਣਾਇਆ। ਪੰਜਾਬੀ ਦੀਆਂ ਫਿਲਮਾਂ, ਹਿੰਦੀ ਦੀਆਂ ਫਿਲਮਾਂ, ਦੱਖਣੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਵਿੱਚ ਉਸ ਬੰਦੇ ਨੇ ਕੰਮ ਕੀਤਾ ਜੀ। ਔਰ ਉਹਦੀ ਜਿਹੜੀ ਹੈਗੀ ਹੈ ਸੇਵਾ ਨੂੰ ਫਲ ਮਿਲਿਆ। ਉਹ ਬੰਦਾ ਅਮੀਰ ਹੋ ਗਿਆ ਜੀ। ਇਸ ਵੇਲੇ ਉਹਦੇ ਕੋਲੇ 130 ਕਰੋੜ ਰੁਪਏ ਦੀ ਪ੍ਰਾਪਰਟੀ ਹੈ। ਅੱਛਾ ਜੀ। ਜਦੋਂ ਕਰੋਨਾ ਮਹਾਮਾਰੀ ਸ਼ੁਰੂ ਹੋਈ ਹੈ, ਉਸ ਬੰਦੇ ਨੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਟਿਕਾਣਿਆਂ ਤੇ ਪਹੁੰਚਾਉਣ ਵਾਸਤੇ ਗੱਡੀਆਂ ਦਾ ਪ੍ਰਬੰਧ ਕੀਤਾ ਸੀ, ਬੱਸਾਂ ਦਾ ਪ੍ਰਬੰਧ ਕੀਤਾ ਸੀ, ਉਹਨਾਂ ਲਈ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ ਸੀ। ਉਹਨਾਂ ਨਾਲ ਆਪਣਾ ਤਾਂ ਇੰਨੀ ਸੀ ਜਿਵੇਂ ਕੋਈ ਆਪਣੇ ਪੁੱਤਾਂ ਨੂੰ ਤੋਰਦਾ ਹੁੰਦਾ ਹੈ। ਮਤਲਬ ਅੱਖਾਂ ਦੇ ਵਿੱਚੋਂ ਹੰਝੂ ਗਿਰਦੇ ਸੀ ਜਦੋਂ ਬੰਦੇ ਬੱਸਾਂ 'ਚ ਬੈਠੇ ਸੀ ਕਿ ਸੋਨੂ ਸੂਦ ਨੇ ਸਾਡੀ ਖਾਤਰ ਇੰਨਾ ਕੁਛ ਕੀਤਾ। ਉਹ ਬੰਦਾ ਪੂਰੇ ਦਾ ਪੂਰਾ ਸੀ। ਉਹ ਜਿਵੇਂ ਕਹਿੰਦੇ ਹੁੰਦੇ ਨੀਤ ਨੂੰ ਫਲੀਆਂ ਤੇ ਨੀਤ ਨੂੰ ਫਲੀਆਂ ਲੱਗੀਆਂ ਜੀ। ਉਹਦਾ ਕਾਰੋਬਾਰ ਹੋਰ ਵੱਧ ਗਿਆ। ਦਾਨੀਆਲੀਆ ਸਾਹਿਬ ਮੈਂ ਦੇਖ ਰਿਹਾ ਸੀ, ਕਹਿੰਦੇ ਉਹ ਬੰਦੇ ਨੂੰ ਇੱਕ ਫਿਲਮ ਦੇ ਵਿੱਚ 2 ਕਰੋੜ ਰੁਪਈਆ ਉਹਦੀ ਫੀਸ ਮਿਲਦੀ ਹੈ। ਅੱਛਾ ਜੀ। 1 ਕਰੋੜ ਰੁਪਈਆ ਮਹੀਨੇ ਦੀ ਉਹ ਬਚਾ ਕੇ ਰੱਖਦਾ ਹੈ। ਅੱਛਾ ਜੀ। ਜੇ ਬੰਦਾ 1 ਕਰੋੜ ਇੱਕ ਵੇਲੇ 2 ਕਰੋੜ ਦਿੰਦਾ, ਕਰੋੜ ਬਚਾਉਂਦਾ ਵੀ ਹੈ। ਕਰੋੜ ਰੁਪਈਆ ਮਹੀਨੇ ਦੀ ਇਨਕਮ ਹੈ ਉਹਦੀ, ਸਮਝੋ। ਅੱਛਾ, ਠੀਕ ਹੈ। ਜੇ ਕਰੋੜ ਰੁਪਈਆ ਮਹੀਨੇ ਦੇ 12 ਕਰੋੜ ਸਾਲ ਦੀ ਬਣ ਗਈ। ਹੁਣ ਉਹਦੇ ਤੇ ਜੀ ਰੇਡਾਂ ਹੋ ਗਈਆਂ। ਕਹਿੰਦੇ ਇਹਦੇ ਕੋਲ ਵੀ ਜੀ ਮੈਂ ਤੋਂ ਵੱਧ ਜਾਇਦਾਦ ਆ ਗਈ। 3 ਦਿਨ ਹੋ ਗਏ ਜੀ ਇਹ ਰੇਡਾਂ ਚੱਲੀ ਜਾਂਦੀਆਂ। ਨਿਕਲਿਆ ਤਾਂ ਕੁਛ ਹੁੰਦਾ ਤਾਂ ਹੁਣ ਨੂੰ ED ਵਾਲਿਆਂ ਨੇ ਕਰ ਦੇਣੀ ਸੀ ਪ੍ਰੈਸ ਕਾਨਫਰੰਸ। ਕਸੂਰ ਉਹਦਾ ਕੀ ਹੈ ਵੀ ਜਦੋਂ ਉਹਨੇ ਕਰੋਨਾ ਮਹਾਮਾਰੀ 'ਚ ਕੰਮ ਕੀਤਾ, ਪੰਜਾਬ ਦੇ ਮੁੱਖ ਮੰਤਰੀ ਨੇ ਜੀ ਉਹਨੂੰ ਬ੍ਰਾਂਡ ਅੰਬੈਸਡਰ ਬਣਾ ਲਿਆ। ਅੱਛਾ ਜੀ। ਫਿਰ ਦਿੱਲੀ ਦੇ ਮੁੱਖ ਮੰਤਰੀ ਨੇ ਬੁਲਾ ਲਿਆ ਉਹਨੂੰ। ਹਾਂਜੀ। ਦਿੱਲੀ ਦੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਸੰਬੰਧਿਤ ਇੱਕ ਪ੍ਰੋਜੈਕਟ ਦਾ ਉਹਨੂੰ ਬ੍ਰਾਂਡ ਅੰਬੈਸਡਰ ਬਣਾ ਲਿਆ। ਔਰ ਉਦੋਂ ਗੱਲਾਂ ਚੱਲ ਪਈਆਂ ਵੀ ਸ਼ਾਇਦ ਉਹ ਬੰਦਾ ਸਿਆਸਤ ਜੁਆਇਨ ਕਰ ਲਵੇ। ਪਰ ਉਹਨੇ ਨਾਲ ਦੀ ਨਾਲ ਖੰਡਨ ਕਹਿਤਾ ਕਿ ਕੇਜਰੀਵਾਲ ਨੇ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਸਿਆਸਤ। ਸਾਡੀ ਕੋਈ ਸਿਆਸਤ ਤੇ ਗੱਲ ਨਹੀਂ ਹੋਈ ਸਾਡੀ। ਇਹ ਹੁਣ ਕੇਜਰੀਵਾਲ ਦੇ ਨਾਲ ਉਸ ਬੰਦੇ ਦਾ ਬੈਠ ਜਾਣਾ, ਕੇਜਰੀਵਾਲ ਦੀ ਕੀਮਤ ਵੱਧ ਗਈ। ਬਿਲਕੁਲ। ਉਹਦੀ ਕ੍ਰੈਡੀਬਿਲਿਟੀ ਵੱਧ ਗਈ। ਮੇਰਾ ਖਿਆਲ ਹੈ ਇਹ ਹਜਮ ਨਹੀਂ ਹੋਈ। ਤੇ ED ਵਾਲੇ ਉਹਦੇ ਮਗਰ ਪਏ ਜੀ। ਜੋ ਕੁਛ ਉਹ ਕਰਦਾ ਸੀ ਉਹੀ ਕੁਛ ਮੰਦਰ ਸਾਹਿਬ ਕਰਦੇ। ਮੰਦਰ ਸਾਹਿਬ ਦੀ ਸਥਿਤੀ ਦੇਖੀ ਤੇ ਮੰਦਰ ਸਾਹਿਬ ਨੇ ਅਨੇਕਾਂ ਆਰਟੀਕਲ ਲਿਖੇ ਅਖਬਾਰਾਂ ਦੇ ਵਿੱਚ। ਅੱਛਾ ਜੀ। ਕਈ ਉਹਨਾਂ ਨੇ ਕਿਤਾਬਾਂ ਲਿਖੀਆਂ। ਤੇ ਉਸ ਬੰਦੇ ਦੀ ਤੁਸੀਂ ਵਿਦਵਤਾ ਦੇਖੋ ਕੀ ਹੈ ਕਿ ਕੱਲ ਸਵੇਰੇ ਉਹ ਬੰਦਾ ਜਰਮਨ ਨੂੰ ਚੱਲਿਆ ਸੀ, ਫਲਾਈਟ ਲੈ ਗਿਆ ਜੀ, ਉਹ ਪਹੁੰਚ ਗਿਆ ਜਰਮਨ। ਉਹ ਤੇ ਉਹਦੀ ਵਾਈਫ ਚਲੇ ਗਏ। ਕਾਹਦੀ ਖਾਤਰ? ਇਸ ਵਾਸਤੇ ਚਲੇ ਗਏ ਕਿਉਂਕਿ ਉਹਨਾਂ ਨੂੰ 6 ਮਹੀਨੇ ਦੀ ਫੈਲੋਸ਼ਿਪ ਮਿਲ ਗਈ ਸੀ ਉੱਥੇ। ਅੱਛਾ ਜੀ। ਕਿਸੇ ਭਾਰਤੀ ਬੰਦੇ ਨੂੰ, ਰਿਟਾਇਰ ਬੰਦੇ ਨੂੰ 6 ਮਹੀਨਿਆਂ ਦੀ ਫੈਲੋਸ਼ਿਪ ਮਿਲਦੀ ਹੈ ਜਰਮਨ ਦੇ ਵਿੱਚ। ਤਾਂ ਉਹਦਾ ਤੁਸੀਂ ਦੇਖ ਲਓ ਕਿ ਉਸ ਬੰਦੇ ਦਾ ਸਮਾਜ ਦੇ ਵਿੱਚ ਉਹਦਾ ਪੱਧਰ ਕੀ ਹੋਊ। ਬਿਲਕੁਲ। ਸੁਸਾਇਟੀ ਦੇ ਵਿੱਚ ਉਹਦਾ ਪੱਧਰ ਕੀ ਹੋਊਗਾ। ਤੇ ਸਾਡੇ ਭਾਈ ਲੈ ਕੇ ਡਾਂਗਾ ਅਸੀਂ ਪਏ ਵੀ ਹਾਂ। ਜਰਮਨ ਦੇ ਵਿੱਚ ਭਾਰਤ ਦੀ ਮਤਲਬ ਜਿਹੜੀ ਇੱਕ ਭਾਰਤ ਦੇ ਵਿਦਵਾਨ ਦੀ, ਭਾਰਤ ਦੇ ਇੱਕ ਐਡਮਿਨਿਸਟ੍ਰੇਟਰ ਦੀ ਸਥਿਤੀ ਕੀ ਹੋਊ ਜਦੋਂ ਉੱਥੋਂ ਦੀਆਂ ਅਖਬਾਰਾਂ 'ਚ ਹੈ ਕਿ ਜਿਹੜੇ ਹਰਸ਼ਮੰਦਰ ਨੂੰ ਅਸੀਂ ਫੈਲੋਸ਼ਿਪ ਦਿੱਤੀ ਹੈ, ਉਹਦੇ ਆਪ ਦੇ ਦੇਸ਼ ਦੇ ਵਿੱਚ ਉਹਦੇ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਹੈ। ਜਿਹੜੀਆਂ ਉਹਦੀਆਂ NGOs ਹੈ ਦਿੱਲੀ 'ਚ, ਉਹਨਾਂ 'ਤੇ ਛਾਪੇ ਵੱਜੇ ਹੈ। ਉਹਦੇ ਘਰ ਦੇ ਉੱਤੇ ਛਾਪੇ ਵੱਜੇ ਹੈ, ਵਗੈਰਾ ਵਗੈਰਾ। ਮਤਲਬ ਤੁਸੀਂ ਇਹ ਦੇਖੋ ਸਾਡੇ ਦੇਸ਼ ਦੇ ਵਿੱਚ ਕਿ CBI ਕੋਲੇ, ED ਕੋਲੇ ਇਹੀ ਕੰਮ ਰਹਿ ਗਿਆ ਬਸ। ਇਨਕਮ ਟੈਕਸ ਕੋਲੇ ਸਿਵਾਏ ਇਸ ਗੱਲ ਦੇ ਕਿ ਵਿਰੋਧੀ ਧਿਰ ਵਾਲੇ ਜਿਹੜੇ ਲੋਕ ਹੈਗੇ ਜਾਂ ਜਿਹੜੇ ਸਰਕਾਰ ਦੇ ਆਲੋਚਕ ਹੈ, ਰੇਡਾਂ ਉਹਨਾਂ ਦੇ ਕਦੇ ਸਰਕਾਰ ਦੇ ਕਿਸੇ ਹਮਾਇਤੀ ਦੇ ਰੇਡ ਵੱਜੀ ਦੇਖੀ ਇਹਨਾਂ ਦਿਨਾਂ 'ਚ। ਬਸ ਕਸੂਰ ਉਹਦਾ ਇਹੀ ਹੈ ਕਿ ਉਹ ਵੀ ਮਤਲਬ ਜਿਹੜਾ ਥੋੜਾ ਸਵਾਲ ਖੜੇ ਕਰਦੇ ਹੈ। ਹਰਸ਼ਮੰਦਰ ਅਖਬਾਰਾਂ ਤੇ ਟੈਲੀਵਿਜ਼ਨਾਂ ਦੇ ਰਾਹੀਂ ਜੀ, ਹਰਸ਼ਮੰਦਰ ਕਿਤਾਬਾਂ ਦੇ ਰਾਹੀਂ ਸਵਾਲ ਖੜੇ ਕਰਦੇ ਕਿ ਗਰੀਬ ਲੋਕ ਗਰੀਬ ਕਿਉਂ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਉਂ ਹੁੰਦੀ ਹੈ।
ਆਹ ਕਸੂਰ ਹੈ ਜਿਹਦੀ ਉਹਨੂੰ ਸਜ਼ਾ ਮਿਲ ਰਹੀ ਹੈ। ਜੀ ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।